ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਮੈਂਟੂ ਗੁਰਸਰੀਗਾ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 21 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੇਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਰੈਂਟ ਜੀਐਨ ਲੂਬਲ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨੇਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, ਯੂਟਿਊਬ ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮੈਂਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮਣੀਪੁਰ ਤੋਂ। ਮਣੀਪੁਰ ਦੇ ਵਿੱਚ ਜਿਹੜੀ ਬੱਚੇ ਸਾੜਨ ਦੀ ਘਟਨਾ ਵਾਪਰੀ ਸੀ ਜਾਂ ਹੋਰ ਘਟਨਾਵਾਂ ਵਾਪਰੀਆਂ ਸੀ, ਇਹਦੇ ਸਣੇ ਕਈ ਹੋਰ ਮਾਮਲੇ ਵੀ ਸੀਬੀਆਈ ਕੋਲ ਚਲੇ ਗਏ ਜੀ। ਦੇਖੋ, ਇੱਕ ਤੇ ਉਹ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਨਾ ਜੀ, ਜੋ ਜਬਰ ਜਨਾਹ ਦੀ ਸੀਗੀ, ਉਹਨੇ ਪੂਰੀ ਦੁਨੀਆ ਨੂੰ ਟੁੰਬਿਆ। ਬਹੁਤ ਜ਼ਿਆਦਾ ਹਲੂਣ ਕੇ ਰੱਖ ਦੇਣ ਵਾਲੀ ਉਹ ਵੀਡੀਓ ਸੀਗੀ। ਤੇ ਇੱਕ ਇਹ ਵੀ ਪੱਖ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਉੱਥੇ ਬਹੁਤ ਹੋਈਆਂ ਨੇ, ਚਾਹੇ ਉਹ ਹਿੰਸਾ ਨਾਲ ਜੁੜੀਆਂ ਹੋਣ, ਚਾਹੇ ਉਹ ਮਨੁੱਖੀ ਅਧਿਕਾਰਾਂ ਦੇ ਘਾਣ ਨਾਲ ਜੁੜੀਆਂ ਹੋਣ, ਚਾਹੇ ਫਿਰ ਉਹ ਇਸ ਤਰ੍ਹਾਂ ਦੀ ਦਰਿੰਦਗੀ ਨਾਲ ਜੁੜੀਆਂ ਹੋਣ ਜਿਸ ਤਰ੍ਹਾਂ ਦੀ ਇਹ ਦਰਿੰਦਗੀ ਵੇਖਣ ਨੂੰ ਮਿਲੀ ਸੀਗੀ। ਤਾਂ ਦਰਅਸਲ ਕੀ ਸੀਗਾ ਕਿ ਇੱਕ ਘਟਨਾ ਦੇ ਵਿੱਚ ਇਉਂ ਹੋਇਆ ਸੀ ਕਿ ਬੱਚਿਆਂ ਨੂੰ ਸਾੜ ਦਿੱਤਾ ਗਿਆ ਸੀ। ਬੱਚੇ ਦੀ ਮਾਂ ਜੀ, ਚਾਚੀ, ਉਹਨਾਂ ਨੂੰ ਜਿੰਦਾ ਹੀ ਜਲਾ ਦਿੱਤਾ ਗਿਆ ਸੀਗਾ। ਇਹ ਆਪਸ ਦੇ ਵਿੱਚ ਲੜ ਰਹੇ ਸੀਗੇ ਵੈਸੇ ਤਾਂ, ਪਰ ਇਹਦੇ ਚ ਕੀ ਹੋਇਆ ਸੀਗਾ ਕਿ 4 ਜੂਨ ਨੂੰ ਪੁਲਿਸ ਦੀ ਸੁਰੱਖਿਆ ਦੇ ਵਿੱਚ ਇੱਕ ਨਾ ਐਂਬੂਲੈਂਸ ਜਾ ਰਹੀ ਸੀਗੀ। ਹੋਇਆ ਕੀ ਸੀਗੀ, ਬੇਸਿਕਲੀ ਮੈਂ ਤੁਹਾਨੂੰ ਸਮਝਾ ਦਿੰਦਾ ਗੱਲ ਕਿੱਦਾਂ ਵਾਪਰੀ। ਕਿ ਕੁਝ ਲੋਕ ਕੈਂਪਾਂ 'ਚ ਰਹਿ ਰਹੇ ਸੀਗੇ। ਹੁਣ ਇੱਕ ਦੂਜੇ ਦੇ ਵਿਰੁੱਧ ਜਦੋਂ ਇੱਕ ਕਹਿ ਲਓ ਕਿ ਨਫ਼ਰਤੀ ਹਿੰਸਾ ਸ਼ੁਰੂ ਹੁੰਦੀ ਹੈ, ਭਾਈਚਾਰਾ ਇੱਕ ਦੂਜੇ ਭਾਈਚਾਰੇ ਨੂੰ ਮਾਰ ਰਿਹਾ, ਕਿਸੇ ਦਾ ਕਸੂਰ ਹੈ ਕੋਈ ਨਹੀਂ ਪੁੱਛਦਾ, ਕੌਣ ਬੇਦੋਸ਼ ਹੈ ਕੋਈ ਨਹੀਂ ਪੁੱਛਦਾ, ਸਿਰਫ ਇਹ ਹੈ ਕਿ ਤੂੰ ਉਹਨਾਂ ਨਾਲ ਤਾਲੁਕ ਰੱਖਦਾ ਹੈ, ਤੇਰੇ ਮਗਰ ਆ ਚੀਜ਼ ਲੱਗਦੀ ਹੈ, ਨਾਮ ਦੇ ਨਾਲ ਆ। ਤਾਂ ਕੁਝ ਲੋਕ ਕੈਂਪਾਂ ਦੇ ਵਿੱਚ ਪਹੁੰਚਾਏ ਗਏ ਸੀ ਹਮਲਿਆਂ ਤੋਂ ਬਚਾਉਣ ਵਾਸਤੇ। ਤਾਂ ਹੋਇਆ ਕਿ ਉੱਥੇ ਕਿਤੇ ਗੋਲੀ ਚੱਲੀ, ਬਾਹਰੋਂ ਭੀੜ ਨੇ ਗੋਲੀ ਚਲਾਈ ਤਾਂ ਕੈਂਪ ਦੇ ਵਿੱਚ ਗੋਲੀ ਵੱਜ ਗਈ ਸੀਗੀ। ਮਤਲਬ ਕਿ ਬੱਚੇ ਨੂੰ ਨਾ ਗੋਲੀ ਦਾ ਕੋਈ ਲੱਗ ਗਿਆ ਹੋਣਾ, ਜਿੱਦਾਂ ਸ਼ਰਾ ਵਗੈਰਾ। ਉਹਨੂੰ ਨਾ ਐਂਬੂਲੈਂਸ 'ਚ ਖੜ ਕੇ ਤੇ ਲਿਜਾ ਰਹੇ ਸੀਗੇ। ਜਦੋਂ ਲਿਜਾ ਰਹੇ ਸੀ ਤਾਂ ਰਾਹ ਦੇ ਵਿੱਚ ਰੋਕ ਕੇ ਸਮੇਤ ਉਹਦੀ ਮਾਂ, ਚਾਚੀ ਤੇ ਬੱਚੇ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ਸੀ। ਐਸੀ ਘਟਨਾ ਜੀ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਘਿਨੌਣੀ ਦਰਿੰਦਗੀ ਹੈ ਨਾ। ਤੁਸੀਂ ਸੋਚ ਕੇ ਦੇਖੋ, ਇੱਕ ਬੱਚਾ ਜ਼ਖਮੀ ਹੈ, ਇਲਾਜ ਵਾਸਤੇ ਉਹਨੂੰ ਖੜਿਆ ਜਾ ਰਿਹਾ ਹਸਪਤਾਲ ਦੇ ਵਿੱਚ, ਤੇ ਰਾਹ ਦੇ ਵਿੱਚ ਨਫ਼ਰਤ 'ਚ ਅੰਨੇ ਹੋਏ ਦਰਿੰਦੇ ਘੇਰ ਕੇ ਤੇ ਸਮੇਤ ਮਾਂ ਅਤੇ ਚਾਚੀ ਉਹਨੂੰ ਅੱਗ ਲਾ ਦੇਣ ਮਾਸੂਮ ਬੱਚੇ ਨੂੰ। ਐਦੋਂ ਵੱਡਾ ਪਾਪ ਕਿੱਥੇ ਆ ਜੀ। ਤਾਂ ਇਹ ਹੁਣ ਮਾਮਲਾ ਜਿਹੜਾ ਹੈ ਸੀਬੀਆਈ ਦੇ ਹਵਾਲੇ ਕੀਤਾ ਗਿਆ। ਬੜੀ ਘਿਨੌਣੀ ਕੋਝੀ ਇਹ ਦਰਿੰਦਗੀ ਆ। ਤੇ ਗੱਲ ਇਹ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਨੇ। ਕੁਛ ਨਸ਼ਰ ਹੋ ਗਈਆਂ, ਕੁਛ ਕੱਚੀਆਂ ਪਈਆਂ। ਉੱਥੋਂ ਦਾ ਬੇਸ਼ਰਮ ਮੁੱਖ ਮੰਤਰੀ ਤੇ ਖੁਦ ਕਹਿੰਦਾ ਸੀਗਾ ਕਿ ਅਸੀਂ ਐਸੇ ਕਰਕੇ ਤੇ ਇੰਟਰਨੈਟ ਬੰਦ ਕੀਤਾ ਵਾ ਕਿ ਭਾਈ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਵਾਇਰਲ ਹੋਣਗੀਆਂ, ਹਿੱਸਾ ਜ਼ਿਆਦਾ ਫੈਲੇਗੀ। ਮਤਲਬ ਕਿ ਸਾਰਾ ਕੁਝ ਹੋਇਆ ਨਾ। ਤਾਂ ਹੁਣ ਸੀਬੀਆਈ ਨੇ ਵੇਖਣਾ ਇਸ ਕੇਸ ਨੂੰ। ਕੇਸ ਕਿੰਨੇ ਕੁ ਸੀਬੀਆਈ ਕੋਲ ਆ, ਕਿੰਨੇ ਕੁ ਕੇਸ ਹੁਣ ਗਾਂ ਪਹੁੰਚਦੇ ਆ ਨਤੀਜੇ ਤੱਕ, ਇਹ ਤੇ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਜਾਂਚ ਪੜਤਾਲ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਇੱਕ ਹਿੱਸਾ ਜਾਂਚ ਪੜਤਾਲ ਦਾ ਸੀਬੀਆਈ ਦੀ ਨਿਗਰਾਨੀ ਹੇਠ ਵੀ ਚੱਲ ਰਿਹਾ ਹੈ।
ਸੰਦੀਪ ਨੰਗਲ ਅੰਬੀਆਂ ਦੇ ਕੇਸ ਦੀ ਸੁਣਵਾਈ ਟਲੀ ਮੇਠੂ ਜੀ? ਹਾਂਜੀ, ਦੇਖੋ ਚਲਾਨ ਪੇਸ਼ ਹੋ ਗਿਆ ਸੀ ਇਸ ਕੇਸ ਦੇ ਵਿੱਚ, ਚਾਰਜ ਸ਼ੀਟ ਫਾਈਲ ਹੋ ਗਈ ਸੀਗੀ, ਤਾਂ ਹੁਣ ਹੋਣਾ ਕੀ ਆ ਕਿ ਚਾਰजेस ਫਰੇਮ ਹੋਣੇ ਨੇ ਤੇ ਅੱਜ ਬੜੀ ਉਮੀਦ ਸੀ ਕਿ ਚਾਰजेस ਫਰੇਮ ਹੋ ਜਾਣਗੇ ਤੇ ਚਲੋ ਟ੍ਰਾਇਲ ਦਾ ਰਸਤਾ ਜਿਹੜਾ ਉਹ ਖੁੱਲ ਜਾਏਗਾ। ਪਰ ਅੱਜ ਹੋਇਆ ਕੀ ਆ ਕਿ ਜਿਹੜੇ ਦੋਸ਼ੀ ਸੀਗੇ, ਮੁਲਜ਼ਮ ਨੇ ਜਿਹੜੇ ਇਸ ਕੇਸ ਦੇ ਵਿੱਚ, ਉਹਨਾਂ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ। ਕੋਰਟ ਨੇ ਫਿਰ ਹੁਕਮ ਦਿੱਤੇ ਕਿ 31 ਅਗਸਤ ਨੂੰ ਸਾਰੇ ਜਿੰਨੇ ਦੋਸ਼ੀ ਹੈਗੇ ਆ ਉਹਨਾਂ ਨੂੰ ਕੋਰਟ ਦੇ ਵਿੱਚ ਫਿਜ਼ੀਕਲੀ ਪੇਸ਼ ਕਰੋ। ਤਾਂ ਇਸ ਪੇਸ਼ੀ ਜਿਹੜੀ ਪਾਈ ਗਈ ਆ, ਇਹਦੇ ਨਾਲ ਹੀ ਫਿਰ ਸੁਣਵਾਈ ਜਿਹੜੀ ਆ ਮੁਲਤਵੀ ਹੋ ਗਈ ਆ। ਤਾਂ ਸਭ ਨੂੰ ਪਤਾ ਹੀ ਆ ਕਿ ਸੰਦੀਪ ਨੰਗਲ ਅੰਬੀਆ ਕਬੱਡੀ ਜਗਤ ਦਾ ਧਰਮ ਤਾਰਾ ਜਿਸ ਤਰ੍ਹਾਂ ਗੋਲੀਆਂ ਦਾ ਸ਼ਿਕਾਰ ਹੋਇਆ ਸੀ, ਉਸ ਤੋਂ ਬਾਅਦ ਕੁਝ ਸ਼ੂਟਰ ਜਿਹੜੇ ਆ ਇਹਨਾਂ ਨੇ ਫੜ ਲਿਆਂਦੇ ਸੀਗੇ। ਬੀਤੇ ਦਿਨ ਹੀ ਇਹਨਾਂ ਚੋਂ ਹੀ ਇੱਕ ਨੇ ਦੋਸ਼ ਲਾਇਆ ਸੀਗਾ, ਜਿਹੜਾ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਕਿ ਜੇਲ੍ਹ ਦੇ ਵਿੱਚ ਮੇਰੇ ਨਾਲ ਕੁੱਟਮਾਰ ਹੋਈ ਹੈ ਤੇ ਕੁੱਟਮਾਰ ਕਰਨ ਵਾਲੇ ਪੁਲਿਸ ਦੀ ਵਰਦੀ ਦੇ ਵਿੱਚ ਸਨ। ਉਸ ਤੋਂ ਬਾਅਦ ਉਸ ਮਾਮਲੇ ਦਾ ਕੀ ਬਣਿਆ ਉਹਦਾ ਕੋਈ ਵੀ ਪਤਾ ਨਹੀਂ ਲੱਗਿਆ। ਪਰ ਅੱਜ ਇਹ ਸੁਣਵਾਈ ਇਸ ਕਰਕੇ ਟਲ ਗਈ ਆ ਕਿਉਂਕਿ ਮੁਲਜ਼ਮ ਪੇਸ਼ ਨਹੀਂ ਕੀਤੇ ਜਾ ਸਕੇ। ਤਾਂ ਖੈਰ ਹੁਣ ਇਹ ਸਾਫ਼ ਹੈ, ਸਪਸ਼ਟ ਹੈ ਕਿ 31 ਅਗਸਤ ਨੂੰ ਜਿਹੜੇ ਦੋਸ਼ੀ ਹਾਜ਼ਰ ਹੋ ਗਏ ਤਾਂ ਉਹਨਾਂ ਦੇ ਸਾਹਮਣੇ ਮੇਰੇ ਖਿਆਲ ਦੇ ਨਾਲ ਚਾਰजेस ਫਰੇਮ ਜਿਹੜੇ ਆ ਹੋ ਜਾਣਗੇ ਤੇ ਸਾਰੇ ਕਰਨੇ ਹੀ ਪੈਣਗੇ ਕਿਉਂਕਿ ਕੋਰਟ ਨੇ ਕਹਿ ਦਿੱਤਾ। ਹੁਣ ਇਹਦੇ ਚ ਕੋਈ ਉਹ ਗੱਲ ਹੈ ਨਹੀਂ ਕਿ ਪੱਜ ਵਾਲੀ ਨਹੀਂ ਹੈ, ਕੋਈ ਗੱਲ ਇਹਦੇ ਚ ਟਾਲਣ ਵਾਲੀ ਨਹੀਂ ਹੈ। ਤਾਂ ਸੰਦੀਪ ਨੰਗਲ ਅੰਬੀਆ ਤੇ ਸਿੱਧੂ ਮੂਸੇਵਾਲਾ ਇਹ ਦੋ ਐਸੇ ਟਰਾਇਲ ਆ ਜਿਨ੍ਹਾਂ ਤੇ ਨਿਗਾਹ ਲੱਗੀ ਹੋਈ ਆ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਇਹਨਾਂ ਦੋਨਾਂ ਟਰਾਇਲਾਂ ਦੇ ਵਿੱਚੋਂ ਕਿਹੜਾ ਫਾਸਟ ਟਰੈਕ ਨਿਕਲਦਾ ਹੈ। ਪਰ ਜਿਸ ਤਰ੍ਹਾਂ ਚੱਲ ਰਿਹਾ ਹੈ, ਜੇ ਤੁਸੀਂ ਵੇਖੋਗੇ ਤਾਂ ਸੰਦੀਪ ਨੰਗਲ ਅੰਬੀਆ ਅਤੇ ਸਿੱਧੂ ਮੂਸੇਵਾਲਾ ਹੱਤਿਆਕਾਂਡ, ਇਹ ਦੋਨੇ ਜਿਹੜੇ ਆ ਉਸਕੂ ਮਤਲਬ ਕਿ ਵਕਫੇ ਦਾ ਹੀ ਜੇ ਆਪਾਂ ਲਾਈਏ ਤਾਂ ਅੰਤਰਾਲ ਹੈ, ਜ਼ਿਆਦਾ ਨਹੀਂ। ਤਾਂ ਜੇ ਦੋਨੇ ਹੀ ਦੇਖੋਗੇ ਤਾਂ ਦੋਨੇ ਇੱਕੋ ਜਿਹੀ ਥਾਂ ਤੇ ਆ ਕੇ ਖਲੋ ਗਏ ਨੇ, ਚਾਰਜ ਸ਼ੀਟ ਫਾਈਲ ਹੋ ਗਈ। ਫਿਰ ਤੁਸੀਂ ਦੇਖਿਆ ਨਾ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਵੀ ਇਸ ਗੱਲ ਤੇ ਹੀ ਸੁਣਵਾਈ ਅੜੀ ਰਹੀ ਕਿ ਦੋਸ਼ੀ ਪੇਸ਼ ਕੀਤੇ ਜਾਣ। ਫਿਰ ਦੋਸ਼ੀ ਪੇਸ਼ ਕੀਤੇ ਜਾਣ ਉਪਰੰਤ ਕਾਰਵਾਈ ਹੁਣ ਬੀਤੇ ਸੁਣਵਾਈ ਤੇ ਚੱਲੀ ਆ। ਤਾਂ ਇੱਥੇ ਵੀ ਉਹੀ ਸਿਚੁਏਸ਼ਨ ਹੈ ਕੇਸ ਦੇ ਵਿੱਚ, ਉਹੀ ਸੂਰਤ-ਏ-ਹਾਲ ਹੈ ਕਿ ਹੁਣ ਚਾਰजेस ਫਰੇਮ ਹੋਣ ਵਾਸਤੇ, ਚਾਰजेस ਫਰੇਮ ਕਰਨ ਵਾਸਤੇ ਸੰਦੀਪ ਨੰਗਲ ਅੰਬੀਆ ਹੱਤਿਆਕਾਂਡ ਦੇ ਵਿੱਚ ਜਿਹੜੇ ਮੁਲਜ਼ਮ ਆ ਉਹਨਾਂ ਨੂੰ ਫਿਜ਼ੀਕਲੀ ਉੱਥੇ ਹਾਜ਼ਰ ਕੀਤਾ ਜਾਏਗਾ ਤਾਂ ਉਸ ਤੋਂ ਬਾਅਦ ਚਾਰजेस ਫਰੇਮ ਹੋਣਗੇ ਤਾਂ ਉਸ ਤੋਂ ਬਾਅਦ ਟ੍ਰਾਇਲ ਜਿਹੜਾ ਫਿਰ ਸ਼ੁਰੂ ਹੋਏਗਾ। ਜੀ ਮਿੰਟੂ ਜੀ, ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਭੇੜ ਹੋਏ ਆ ਜੀ, ਇੱਕ ਦੀ ਮੌਤ ਹੋ ਗਈ ਹੈ। ਹਾਂਜੀ, ਇਹ ਗੱਲ ਇਹ ਹੈ ਕਿ ਹੁਣ ਬੀਤੀ ਸ਼ਾਮ ਇਹ ਥੋੜਾ ਜਿਹਾ ਨਾ ਚਰਚਾ ਸੀਗਾ ਕਿ ਬਈ ਜਿਹੜੇ ਕਿਸਾਨ ਹੈ ਉਹ ਚੰਡੀਗੜ੍ਹ ਕੂਚ ਕਰ ਸਕਦੇ ਆ। ਅੱਜ ਸਾਜਰੇ ਇਹ ਸੁਣਨ ਨੂੰ ਮਿਲ ਗਿਆ ਕਿ ਕੁਝ ਕਿਸਾਨ ਆਗੂਆਂ ਦੀ ਫੜੋ ਫੜਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ। ਤੇ ਉਸ ਤੋਂ ਬਾਅਦ ਆ ਸ਼ਾਮ ਜੀ ਨੂੰ ਇਹ ਗੱਲ ਸੁਣਨ ਨੂੰ ਮਿਲੀ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿੱਥੋਂ ਮਾਨ ਸਾਹਿਬ ਆਉਂਦੇ ਆ, ਵੈਸੇ ਅੱਜ ਕੱਲ ਇਹਨਾਂ ਨੂੰ ਸਤੌਜ ਵਾਲੇ ਮਹਾਰਾਜਾ ਵੀ ਕਿਹਾ ਜਾਂਦਾ ਪਿਆਰ ਨਾਲ, ਤਾਂ ਜਿੱਥੋਂ ਇਹ ਆਉਂਦੇ ਨੇ ਉਸੇ ਜ਼ਿਲ੍ਹੇ ਦੇ ਵਿੱਚ ਇੱਕ ਝੜਪ ਹੋਈ ਹੈ। ਝੜਪ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਕਿਸਾਨ ਕਹਿ ਰਹੇ ਆ ਕਿ ਸਾਡੇ ਨਾਲ ਪੁਲਿਸ ਨੇ ਜ਼ਿਆਦਤੀ ਕੀਤੀ ਆ ਤੇ ਪੁਲਿਸ ਕਹਿ ਰਹੀ ਆ ਕਿ ਸਾਡੇ ਤੇ ਆਪਦੇ ਬੰਦੇ ਬਰਨਾਊ ਪਏ ਨੇ। ਮਤਲਬ ਇੱਕ ਦੂਜੇ ਤੇ ਦੋਸ਼ ਜਿਹੜੇ ਆ ਲੱਗ ਰਹੇ ਆ। ਪਰ ਇਸ ਬਜ਼ੁਰਗ ਦੀ ਤਸਵੀਰ ਜੇ ਤੁਸੀਂ ਦੇਖੋਗੇ ਤਾਂ ਇਹਦੀਆਂ ਲੱਤਾਂ ਤੇ ਕੋਈ ਚੀਜ਼ ਚੜੀ ਆ। ਹਾਲਾਂਕਿ ਪੁਲਿਸ ਇਹ ਦਾਅਵਾ ਕਰ ਰਹੀ ਆ ਕਿ ਜਦੋਂ ਬੈਰੀਕੇਡਿੰਗ ਕੀਤੀ ਗਈ ਸੀ ਤਾਂ ਬੈਰੀਕੇਡਿੰਗ ਤੋੜਨ ਦੇ ਦਰਮਿਆਨ ਜਦੋਂ ਇਹਨਾਂ ਨੇ ਟਰੈਕਟਰ ਅਤੇ ਆਪਣੀ ਬੱਸ ਇਸਤੇਮਾਲ ਕੀਤੀ ਆ, ਉਕਤ ਬਜ਼ੁਰਗ ਕਿਸਾਨ ਜਿਹੜਾ ਉਹਦੇ ਹਟਾਇਆ ਬੱਸ ਤੇ। ਇਹਨਾਂ ਦਾ ਕਹਿਣਾ ਇਹ ਆ। ਹੁਣ ਟਰਾਲੀ ਹਟਾਇਆ, ਬੱਸ ਹਟਾਇਆ, ਇਹ ਹੈਗਾ ਜਾਂਚ ਪੜਤਾਲ ਦਾ ਵਿਸ਼ਾ। ਪਰ ਜੇ ਫੋਟੋ ਨੂੰ ਤੁਸੀਂ ਦੇਖੋਗੇ ਨੇੜੇ ਤੋਂ ਤਾਂ ਉਹ ਉਦਾਂ ਹੀ ਮਤਲਬ ਕਿ ਲੱਤਾਂ ਜਿਹੜੀਆਂ ਨੇ ਉਹ ਛਿੱਲੀਆਂ ਪਈਆਂ ਨੇ, ਬਹੁਤ ਬੁਰੀ ਤਰ੍ਹਾਂ ਮੈਂ ਕਹੂੰਗਾ ਕਿ ਦਰੜੀਆਂ ਪਈਆਂ। ਬਜ਼ੁਰਗ ਆਦਮੀ ਆ ਜਿਹੜਾ ਕਿ ਜ਼ਖਮਾਂ ਦੀ ਤਾਬ ਨਾਲ ਚੱਲਦਾ ਹੋਇਆ ਤੇ ਮੁੜ ਕੇ ਫਿਰ ਉਹ ਫੌਤ ਹੋ ਜਾਂਦਾ ਹੈ। ਹੁਣ ਇਹ ਸਾਰਾ ਜਿਹੜਾ ਭੇੜ ਹੋਇਆ ਇਹਦੇ ਵਿੱਚ ਕੁਝ ਪੁਲਿਸ ਕਰਮਚਾਰੀ ਮਤਲਬ ਕਿ 2 ਜਣੇ ਆ ਜਿਹੜੇ ਉਹਨਾਂ ਦੇ ਵੀ ਕਾਫੀ ਸੱਟ ਆ ਤੇ ਇਸ ਤੋਂ ਇਲਾਵਾ ਕਿਸਾਨਾਂ ਦੇ ਵੀ ਸਾਥੀ ਜਿਹੜੇ ਆ ਉਹ ਕਾਫੀ ਗੰਭੀਰ ਨੇ। ਇਹ ਨਹੀਂ ਹੈ ਕਿਸੇ ਇੱਕ ਦੇ ਵੱਜੀਆਂ ਜਾਂ ਇੱਕ ਧਿਰ ਦੇ ਵੱਜੀਆਂ। ਕੁਝ ਵੀਡੀਓ ਜਿਹੜੀਆਂ ਉਹ ਵੀ ਵਾਇਰਲ ਹੋ ਰਹੀਆਂ ਜਿਹਦੇ ਚ ਟਰੈਕਟਰ ਇਸਤੇਮਾਲ ਹੁੰਦੇ ਦਿਖਾਏ ਜਾ ਰਹੇ ਆ
ਜਿਹਦੇ ਵਿੱਚ ਬੱਸ ਇਸਤੇਮਾਲ ਹੁੰਦੀ ਦਿਖਾਈ ਜਾ ਰਹੀ ਆ, ਵਗੈਰਾ ਵਗੈਰਾ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਪੁਲਿਸ ਹੁਣ ਆਪਣੇ ਪੱਖ ਤੋਂ ਵਿਖਾਏਗੀ। ਉਹ ਕਹਿੰਦੇ ਆ ਕਿ ਬਈ ਇਹਨਾਂ ਨੇ ਵਾਅਦਾ ਕੀਤਾ, ਕੁਝ ਸ਼ਰਾਰਤੀ ਅਨਸਰ ਇਹਨਾਂ ਦੇ ਵਿੱਚ ਸੀ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਇਹਨਾਂ ਨੇ ਜਾਤੀ ਕੀਤੀ ਆ। ਹੁਣ ਸਰਕਾਰ ਨੂੰ ਵੇਖਣਾ ਪਵੇਗਾ, ਪਰ ਇਹ ਤੇ ਉਹ ਲੋਕ ਨੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਇਸ ਤਰ੍ਹਾਂ ਹੋਣ ਹੀ ਨਹੀਂ ਦੇਣਾ, ਨੌਬਤ ਹੀ ਨਹੀਂ ਆਏਗੀ। ਤੇ ਕਿਸਾਨਾਂ ਨੇ ਤੇ ਹਾਲੇ ਮੈਨੂੰ ਲੱਗਦਾ ਇਹਨਾਂ ਦੇ ਖਿਲਾਫ ਤੇ ਕੋਈ ਝੰਡਾ ਚੁੱਕਿਆ ਹੀ ਨਹੀਂ ਹੈ ਚੰਗੀ ਤਰ੍ਹਾਂ। ਇਹਨਾਂ ਨੂੰ ਤਾਂ ਟ੍ਰੇਲਰ ਹੀ ਦਿਖਾਏ ਨੇ, ਇਹ ਉਤਰਾ ਹੀ ਬੌਂਦਲੇ ਪਏ ਆ। ਪਰ ਇਹ ਮੰਦਭਾਗਾ ਹੈ ਜੋ ਵੀ ਹੋਇਆ। ਹੁਣ ਦੇਖੋ ਪੁਲਿਸ ਵਾਲਾ ਜੇ ਉਹਦੇ ਕੋਈ ਵੱਜੀ ਆ ਤੇ ਉਹ ਵੀ ਆਪਣਾ ਹੀ ਆ। ਇਹ ਹੁਣ ਬਜ਼ੁਰਗ ਵਿਚਾਰਾ ਮਰ ਗਿਆ, ਇਹ ਵੀ ਆਪਣਾ ਹੀ ਆ। ਲੜਾਈ ਇਹ ਵੀ ਲੜਦੇ, ਲੜਾਈ ਕਿਤੇ ਨਹੀਂ ਲੜਦੇ, ਹਰ ਪੀੜਤਾਂ ਵਾਸਤੇ। ਲੜਾਈ ਤੇ ਨਹੀਂ ਮਾੜੀ ਹੈਗੀ ਇਹਨਾਂ ਦੀ। ਤੇ ਤੁਸੀਂ ਵੇਖੋ 8 ਜੁਲਾਈ ਨੂੰ ਆਇਆ ਹੜ, ਭੌਂਕੇ ਫੇਰ ਆ ਗਿਆ। ਤੇ ਮੁਆਵਜ਼ਾ ਜਿਹੜਾ ਮਾਨ ਸਾਹਿਬ ਉਹ ਮਾਈਕ ਦੇ ਅੱਗੇ ਦੇ ਦਿੰਦੇ ਨੇ ਕਿ ਮੁਰਗੀ ਨੂੰ ਵੀ ਦੇ ਦਿਆਂਗਾ ਮੈਂ ਜੀ, ਮੁਰਗੇ ਨੂੰ ਵੀ ਦੇ ਦਿਆਂਗਾ, ਇੱਲ ਨੂੰ ਵੀ ਦੇ ਦਿਆਂਗਾ, ਕੁੱਕੜ ਨੂੰ ਵੀ ਦੇ ਦਿਆਂਗਾ। ਮਤਲਬ ਕਿ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਹਿ ਜਾਂਦੇ ਆ, ਪਰ ਅਜੇ ਤੱਕ ਕਿਸੇ ਨੂੰ ਫੁੱਟੀ ਕੌੜੀ ਨਹੀਂ ਮਿਲੀ। ਫੁੱਟੀ ਕੌੜੀ ਜਿਹਨੂੰ ਆਪਾਂ ਕਹਿ ਦਈਏ। ਤਾਂ ਗੱਲ ਇਹ ਹੈ ਕਿ ਇਹ ਹੁਣ ਉਸ ਬਾਬਤ ਰੋਸ ਪ੍ਰਦਰਸ਼ਨ ਕਰਨ ਵਾਸਤੇ ਲਾਮਬੰਦੀ ਕਰ ਰਹੇ ਸੀ, ਜਿਸ ਦਰਮਿਆਨ ਇਹ ਸਾਰਾ ਕੁਝ ਹੋਇਆ। ਤਾਂ ਖੈਰ ਹੁਣ ਦੇਖਦੇ ਆ ਅੱਗੇ ਕੀ ਬਣਦਾ। ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਇਹ ਸਭ ਕੁਝ ਹੋਇਆ, ਕਿਸਾਨ ਦੀ ਮੌਤ ਹੋ ਗਈ ਹੈ, ਕਿਸਾਨ ਸੰਘਰਸ਼ੀਲ ਕੁਝ ਜ਼ਖਮੀ ਨੇ, ਤੇ ਹੁਣ ਇਹ ਕੰਮ ਵੱਧ ਸਕਦਾ ਹੈ। ਤੇ ਕਿਸਾਨਾਂ ਦਾ ਜਦੋਂ ਤੁਹਾਨੂੰ ਪਤਾ ਗੁੱਸਾ ਫਿਰ ਫੁੱਟਦਾ ਹੁੰਦਾ ਹੈ ਨਾ, ਕਿਸਾਨ ਲੈ ਡੁੱਬਦੇ ਹੁੰਦੇ ਆ ਇਹੋ ਜਿਹੀਆਂ ਸਰਕਾਰਾਂ। ਅੱਗੇ ਆਪਾਂ ਦੇਖਿਆ ਜੀ, ਅੱਗੇ ਆਪਾਂ 2 ਸਰਕਾਰਾਂ ਤੇ ਬਖੂਬੀ ਵੇਖਿਆ। ਹੁਣ ਵੇਖੋ ਅਗਲਾ ਪ੍ਰੋਗਰਾਮ ਕੀ ਉਲੀਕਦੇ ਆ, ਪਰ ਕਾਫੀ ਜ਼ਿਆਦਾ ਕਹਿ ਲਓ ਕਿ ਗਮਗੀਨ ਹੋ ਗਿਆ ਇਹ ਸਮਾਚਾਰ, ਕਿਉਂਕਿ ਇੱਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ ਆ। ਪੁਲਿਸ ਵਾਲੇ ਉਹਨਾਂ ਤੇ ਸੁੱਟਦੇ ਆ, ਉਹ ਉਹਨਾਂ ਤੇ ਸੁੱਟਦੇ ਆ, ਪਰ ਜੋ ਵੀ ਆ ਬਹੁਤ ਮੰਦਭਾਗੀ ਗੱਲ ਹੈ ਜੀ। ਤੇ ਮਿੰਟੂ ਜੀ, ਭਤੀਜੇ ਸੰਦੀਪ ਜਾਖੜ ਨੂੰ ਕਾਂਗਰਸ ਦੇ ਵਿੱਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਸੁਨੀਲ ਜਾਖੜ ਨੇ ਕੋਈ ਵੱਡਾ ਬਿਆਨ ਦਿੱਤਾ ਜੀ? ਦੇਖੋ ਵੱਡਾ ਬਿਆਨ ਤੇ ਹੁਣ ਕੀ ਆ ਕਿ ਉਹੀ ਗੱਲਾਂ ਜਿਹੜੀਆਂ ਨੇ ਪਹੁੰਚੋਂ ਕੇ, ਜਿਵੇਂ ਸੁਨੀਲ ਜਾਖੜ ਜੀ ਕਹਿੰਦੇ ਹੁੰਦੇ ਆ ਅਕਸਰ, ਹੁਣ ਉਹਨਾਂ ਨੂੰ ਕਾਂਗਰਸ ਬੁਰੀ ਲੱਗਦੀ ਹੈ। ਕਹਿੰਦੇ ਸੰਦੀਪ ਖੁਦ ਮੁਖਤਿਆਰ ਹੈ ਤੇ ਆਪਣੀ ਪਾਰਟੀ ਵਿੱਚ ਗੱਲ ਕਰੇਗਾ, ਤੇ ਨਾਲ ਉਹ ਕਹਿੰਦੇ ਆ ਕਿ ਸਾਡਾ ਜੁਆਇੰਟ ਪਰਿਵਾਰ ਆ, ਸਾਡਾ ਸਾਂਝਾ ਪਰਿਵਾਰ ਆ, ਸਾਡੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਝੰਡਾ ਭਾਜਪਾ ਦਾ ਜੇ ਲੱਗਦਾ ਤੇ ਕੀ ਮਾੜਾ ਹੈ, ਕਿਉਂਕਿ 3 ਭਰਾਵਾਂ ਦੀਆਂ 3 ਪੀੜ੍ਹੀਆਂ ਤੋਂ ਸਾਡੀ ਸਾਥ ਹੈ। ਉਹ ਕਹਿੰਦੇ ਕਿ ਉਂਝ ਤੇ ਤੁਸੀਂ ਕਹਿੰਦੇ ਹੋ ਇੰਡੀਆ ਨਾਂ ਰੱਖਿਆ ਤੇ ਗੱਲ ਤੁਸੀਂ ਤੋੜਨ ਦੀ ਕਰਦੇ ਜੇ, ਤੇ ਅਸੀਂ ਦੇਸ਼ ਨੂੰ ਵੀ ਜੋੜਨ ਦੀ ਗੱਲ ਕਰਨੇ ਆ, ਤੇ ਨਾਲ ਭਾਈ ਪਰਿਵਾਰ ਵੀ ਸੰਯੁਕਤ ਜਿਹੜੇ ਆ ਉਹ ਚੰਗੀ ਗੱਲ ਆ। ਤਾਂ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਆਪਣੀ ਗੱਲ ਰੱਖੀ ਹੈ, ਤੇ ਨਾਲ ਦੱਸਿਆ ਹੈ ਕਿ ਸੰਦੀਪ ਨੂੰ ਦਿੱਤਾ ਗਿਆ ਮੁਅੱਤਲੀ ਦਾ ਨੋਟਿਸ ਅਸਲ ਵਿੱਚ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਫੁੱਟ ਜਿਹੜੀ ਹੈ ਉਹਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ, ਨਿਸ਼ਾਨਾ ਕੋਈ ਹੋਰ ਹੀ ਹੈ। ਨਾਲ ਉਹ ਇਹ ਵੀ ਕਹਿ ਦਿੰਦੇ ਆ। ਖੈਰ ਦੇਖੋ ਗੱਲ ਕੀ ਹੈ ਕਿ ਸੰਦੀਪ ਜਾਖੜ ਨੂੰ ਇਹਨਾਂ ਨੇ ਮੁਲਤਵੀ ਕਰ ਦਿੱਤਾ ਸੀਗਾ, ਪਾਰਟੀ ਤੋਂ ਨਾ ਸਸਪੈਂਡ ਕਰ ਦਿੱਤਾ ਗਿਆ ਸੀਗਾ। ਉਹਦੇ ਵਿੱਚ ਹੁਣ ਚਲੋ ਇਹ ਮਿਹਣੋ ਮਿਹਣੀ ਹੋਈ ਜਾਂਦੇ ਆ, ਜੋ ਮਰਜ਼ੀ ਹੈ, ਪਰੰਤੂ ਗੱਲ ਇਹ ਹੈ ਨਾ ਕਿ ਉਹਦੇ ਚ ਹੁਣ ਕਾਂਗਰਸ ਜਿਹੜੀ ਆ, ਮੈਂ ਕਾਂਗਰਸ ਨੂੰ ਕਹਿੰਦਾ ਨਾ ਕਿ ਕਾਂਗਰਸ ਬੇਬਸ ਤੇ ਚਲਾਕ ਆ। ਪਹਿਲਾਂ ਬੇਬਸ ਕਿ ਕੁਝ ਕਰ ਨਹੀਂ ਸਕਦੀ, ਸਾਰਾ ਕੁਝ ਖਰਾਬ ਹੁੰਦਾ, ਤੇ ਫਿਰ ਉਸ ਤੋਂ ਬਾਅਦ ਚਲਾਕੀ ਕਿ ਜਿਹੜੀ ਉਹਦੇ ਕੋਲ ਬਚਦੀ ਆ ਉਹ ਕੁਝ ਕਰ ਦਿੰਦੀ ਆ, ਮਤਲਬ ਕਿ ਮੁਅੱਤਲ ਕਰ ਦਿੱਤਾ। ਮੁਅੱਤਲ ਇਸ ਕਰਕੇ ਕੀਤਾ ਜਾਂਦਾ ਹੈ ਕਿਸੇ ਵੀ ਵਿਧਾਨਕਾਰ ਨੂੰ ਕਿ ਬਹੁਤਾ ਕੁਝ ਤੁਹਾਡੇ ਕੋਲ ਹੁੰਦਾ ਨਹੀਂ ਕਰਨ ਲਈ, ਜੇ ਬਰਖਾਸਤ ਕਰੋਗੇ ਤੇ ਉਹ ਆਜ਼ਾਦ ਹੋ ਜਾਏਗਾ। ਜਦੋਂ ਆਜ਼ਾਦ ਹੋ ਜਾਏਗਾ, ਕੱਲ ਨੂੰ ਕਿਸੇ ਵੀ ਪਾਰਟੀ 'ਚ ਜਾ ਕੇ ਬਹਿ ਜਾਵੇ, ਤੁਸੀਂ ਕੁਝ ਨਹੀਂ ਜੇ ਕਰ ਸਕਦੇ। ਸੋ ਇਸ ਕਰਕੇ ਕਾਂਗਰਸ ਹੁਣ ਆਪਣੀ ਮਤਲਬ ਕਿ ਜੇ ਬਚੀ ਖੁਚੀ ਕਹਿ ਲਈਏ ਜੋ ਹੈਗੀ ਆ, ਤੇ ਉਹ ਹੁਣ ਦਾ ਤੇ ਨਾ ਲੱਗੇ ਉਹਦੇ ਵਾਸਤੇ ਯਤਨਸ਼ੀਲ ਆ, ਉਹਦੇ ਵਾਸਤੇ ਯਤਨ ਕਰਦੀ ਹੈ ਕਿ ਚਲੋ ਹੁਣ ਕੁਛ ਨਾ ਕੁਛ ਤਾਂ ਰੱਖੀਏ ਨਾ ਲਾਜਾ ਜੀ। ਤੇ ਦੂਸਰੇ ਪਾਸੇ ਜਿਹੜੇ ਜਾਖੜ ਸਾਹਿਬ ਆ ਉਹੀ ਇਸ ਗੱਲ ਨੂੰ ਮੁੱਦਾ ਬਣਾਈ ਬੈਠੇ ਆ, ਇਹ ਹੋ ਗਿਆ ਉਹ ਹੋ ਗਿਆ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਰਾਜਨੀਤੀ ਹੈ ਜੀ। ਇਹਨਾਂ ਦਾ ਭਤੀਜਾ ਜਿਹੜਾ ਉਹ ਜਿਵੇਂ ਉਹ ਗਾਣਾ ਸੀ ਨਾ, ਫਿਰ ਵੀ ਦਿਲ ਹੈ ਹਿੰਦੁਸਤਾਨੀ, ਉਹਦਾ ਦਿਲ ਤੇ ਕਦੋਂ ਦਾ ਭਾਜਪਾਸਤਾਨੀ ਹੋ ਗਿਆ ਜੀ, ਉਹਦੇ ਭਾਜਪਾਸਤਾਨੀ ਹੋ ਚੁੱਕਾ ਹੈ। ਇਹ ਤਾਂ ਐਵੇਂ ਹੁਣ ਕਹਿਣ ਦੀਆਂ ਗੱਲਾਂ, ਜੋ ਮਰਜ਼ੀ ਕਹੀ ਜਾਓ। ਕਾਂਗਰਸ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਵੀ ਵੇਲਾ ਲੰਘਾ ਰਹੀ ਆ ਤੇ ਡੰਗ ਟੱਪ ਜਾਵੇ।
ਟਾਈਮ ਟਪਾ ਮਿੱਤਰਾ, ਆਹ ਕਹਾਣੀ ਆ ਬਸ, ਹੋਰ ਕੁਛ ਨਹੀਂ ਹੈਗਾ ਕਿ ਕਿਸੇ ਤਰੀਕੇ ਨਾਲ। ਕਿਉਂਕਿ ਜੇ ਭਾਜਪਾ ਚ ਹੋ ਜਾਂਦੇ ਆਜ਼ਾਦ ਹੋਣ ਤੋਂ ਬਾਅਦ ਤਾਂ ਉਹਨਾਂ ਤੇ 3 ਹੋ ਜਾਣਗੇ ਭਾਜਪਾ ਵਾਲਿਆਂ ਦੇ, ਇਹ 18 ਤੋਂ 17 ਹੋ ਜਾਣਗੇ, ਤੇ ਫਿਰ ਵਾਧੇ ਚ ਕੌਣ ਹੋਏਗਾ? ਸੁਨੀਲ ਜਾਖੜ। ਸੁਨੀਲ ਜਾਖੜ ਕਹੇਗਾ ਕਿ ਮਿੱਤਰੋ ਮੈਂ ਤੇ ਬਿਨਾਂ ਖਰਚਾ ਕਰਾਇਆ ਹੀ ਤੁਹਾਡਾ ਇੱਕ ਵਧਾ ਦਿੱਤਾ, ਹੋਰ ਕੀ ਭਾਲਦੇ? ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ, ਤੇ ਹੋਰ ਦੱਸ ਕੀ ਭਾਲਦੇ? ਤੇ ਗੱਲ ਇਹ ਆ ਕਿ ਦੂਸਰੇ ਪਾਸੇ ਜਿਹੜੀ ਪ੍ਰਨੀਤ ਕੌਰ ਹੈ, ਪ੍ਰਨੀਤ ਕੌਰ ਦੇ ਮਾਮਲੇ ਵਿੱਚ ਵੀ ਤੇ ਇਹੀਓ ਕੁਝ ਹੋਇਆ, ਤੁਸੀਂ ਦੇਖਿਆ ਹੀ ਨਾ। ਇਹਨਾਂ ਨੂੰ ਪਤਾ ਸੀਗਾ ਕਿ ਇੱਕ MP ਘਟ ਜਾਣਾ, ਉੱਤੇ ਗਿਣਤੀ ਘਟ ਜਾਏਗੀ। ਇਹ ਚੀਜ਼ਾਂ ਨੇ, ਇਹ ਇਸ ਪੱਖ ਤੋਂ ਇਹ ਦੇਖਣਾ ਦਿਲਚਸਪ ਹੈ। ਬਾਕੀ ਇਹ ਕੀ ਬੋਲਦੇ ਆ, ਇਹ ਤੇ ਹੁਣ ਇੱਕ ਦੂਜੇ ਤੇ ਬਸ ਗੱਲ ਇਹ ਆ ਕਿ ਚਿੱਕੜ ਸੁੱਟਣ ਵਾਲੀ ਇਹਨਾਂ ਦੀ ਰਾਜਨੀਤੀ ਆ। ਜੀ ਜੀ। ਰਿਸ਼ਵਤਖੋਰੀ ਦੇ ਮਾਮਲਿਆਂ ਦੇ ਵਿੱਚ ਹੋਮ ਮਿਨਿਸਟਰੀ ਪਹਿਲੇ ਨੰਬਰ ਤੇ ਹੈ ਜੀ। ਹੋਮ ਮਿਨਿਸਟਰੀ ਤੋਂ ਭਾਵ ਕੀ ਹੋਏਗਾ ਕਿ ਜਦੋਂ ਇਸ ਤਰ੍ਹਾਂ ਮਤਲਬ ਕਿ ਮਿਨਿਸਟਰੀ ਦੇ ਹਿਸਾਬ ਨਾਲ ਅੰਕੜੇ ਕੱਢੇ ਜਾਣਗੇ, ਤਾਂ ਜੋ ਹੋਮ ਮਿਨਿਸਟਰੀ ਦੇ ਤਹਿਤ ਆਉਂਦਾ ਜਿੰਨਾ ਵੀ ਦਾਇਰਾ, ਉਹਦੇ ਖਿਲਾਫ ਕਿੰਨੀਆਂ ਸ਼ਿਕਾਇਤਾਂ ਹੈ। ਤਾਂ ਇਹ ਜਿਹੜੀ ਰਿਪੋਰਟ ਭ੍ਰਿਸ਼ਟਾਚਾਰੀ ਦੇ ਖਿਲਾਫ ਆਈ ਆ, ਇਹਦੇ ਵਿੱਚ ਗ੍ਰਹਿ ਮਹਿਕਮੇ ਦਾ ਯਾਨੀ ਹੋਮ ਮਿਨਿਸਟਰੀ ਦਾ ਜਿੰਨਾ ਵੀ ਮੁਲਾਜ਼ਮ ਲਾਣਾ, ਉਹਨਾਂ ਦੇ ਖਿਲਾਫ ਜ਼ਿਆਦਾ ਸ਼ਿਕਾਇਤਾਂ ਨੇ। ਕਹਿਣ ਦਾ ਮਤਲਬ ਇਹ ਹੈ ਕਿ ਅਵਲ 40% ਦੱਸਦੇ ਆ ਕਿ ਜਿਹੜੀਆਂ ਸ਼ਿਕਾਇਤਾਂ ਨੇ ਉਹ ਹੋਮ ਮਿਨਿਸਟਰੀ ਦੇ ਤਹਿਤ ਆਉਂਦੇ ਮੁਲਾਜ਼ਮਾਂ ਦੀਆਂ ਨੇ। ਮਤਲਬ ਕਿ ਸਭ ਤੋਂ ਜ਼ਿਆਦਾ ਰਿਸ਼ਵਤਖੋਰੀ ਜਿਹੜੀ ਆ ਉਹ ਇਹਨਾਂ ਦੀ ਹੈ। ਤੇ ਦੱਸਦੇ ਆ ਕਿ 22 ਦੇ ਵਿੱਚ 1,15,203 ਟੋਟਲ ਸ਼ਿਕਾਇਤਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਈਆਂ, ਜਿਹਦੇ ਚ 46,643 ਜਿਹੜੀਆਂ ਸੀ ਉਹ ਸੁੱਖ ਨਾਲ ਅਮਿਤ ਸ਼ਾਹ ਦੇ ਮੁਲਾਜ਼ਮਾਂ ਦੀਆਂ ਹੀ ਸੀ। ਇਸ ਤੋਂ ਬਾਅਦ ਰੇਲਵੇ ਕਰਮਚਾਰੀਆਂ ਦਾ ਵੀ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੇ ਖਿਲਾਫ ਵੀ ਕਾਫੀ ਆਈਆਂ, 10,580। ਇਸ ਤੋਂ ਇਲਾਵਾ ਬੈਂਕ ਕਰਮਚਾਰੀ, ਉਹਨਾਂ ਦੇ ਖਿਲਾਫ ਵੀ 8129। ਇਸ ਤਰ੍ਹਾਂ ਮਤਲਬ ਕਿ ਇਹ ਇੱਕ ਤਰ੍ਹਾਂ ਨਾਲ ਅੰਕੜੇਬਾਜ਼ੀ ਜਿਹੜੀ ਹੈ ਉਹ ਨਸ਼ਰ ਕੀਤੀ ਜਾਂਦੀ ਹੈ ਕਿ ਕਿਹੜੇ ਸੈਂਟਰਲ ਡਿਪਾਰਟਮੈਂਟ ਦੇ ਤਹਿਤ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਆ ਉਹ ਜ਼ਿਆਦਾ ਸ਼ਿਕਾਇਤਾਂ 'ਚ ਫਸੇ ਆ। ਤਾਂ ਇਸ ਲਿਹਾਜ਼ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਵੀ ਅਮਿਤ ਸ਼ਾਹ ਦੇ ਬੇਟੇ ਦੀ ਦੌਲਤ ਵਾਂਗੂ ਇਹ ਜਿਹੜੀ ਹੋਮ ਮਿਨਿਸਟਰੀ ਆ ਉਹ ਤਾਂ ਦੀ ਤਾਂ ਹੀ ਗਈ ਆ, ਥਾਂ ਨੂੰ ਨਹੀਂ ਆਈ। ਤਾਂ ਖੈਰ ਇਹ ਸਾਰਾ ਕੁਛ ਹੈ ਜੀ, ਰਿਸ਼ਵਤਖੋਰੀ ਹੈ ਕਿੱਥੇ ਨਹੀਂ ਹੈ। ਕਿਤੇ ਅੰਕੜੇ ਕਿਸੇ ਨੂੰ ਵੱਧ ਦੱਸ ਦੇਣਗੇ, ਕਿਤੇ ਅੰਕੜੇ ਕਿਸੇ ਨੂੰ ਇੱਕ ਹੋਰ ਥਾਂ ਤੇ ਵੱਧ ਦੱਸ ਦੇਣਗੇ। ਰਿਸ਼ਵਤਖੋਰੀ ਬਹੁਤ ਵੱਡੇ ਪੱਧਰ ਤੇ ਆ, ਬਹੁਤ ਬੁਰੀ ਹਾਲਤ ਹੈ ਕਰਪਸ਼ਨ ਦੀ ਇੱਥੇ। ਤੇ ਜੇ ਤੁਸੀਂ ਦੇਖੋਗੇ ਕਾਰਪੋਰੇਟ ਨੂੰ ਫਾਇਦੇ ਪਹੁੰਚਾਉਂਦੇ ਜਿਹੜੇ ਮਤਲਬ ਕਿ ਮੰਤਰਾਲਿਆਂ ਚੋਂ ਬੰਦੇ ਫੜੇ ਹੋਏ ਨੇ, ਇਹਨਾਂ ਦੇ ਅਫਸਰ, ਕੀ ਕਿਹਾ ਜਾ ਸਕਦਾ? ਹਿਸਾਬ ਲਾ ਲਓ, ਏਡੇ ਵੱਡੇ ਇਹ ਤਾਂ ਕਾਰਪੋਰੇਟਾਂ ਨਾਲ ਸੈਟਿੰਗ ਕਰਕੇ ਤੇ ਉੱਥੋਂ ਦੇ ਕੇ ਅਸਤੀਫਾ ਤੇ ਉਹਨਾਂ ਦੇ CEO ਬਣ ਕੇ ਜਾ ਕੇ ਉੱਥੇ ਬਹਿ ਜਾਂਦੇ ਨੇ। ਇਹ ਏਡੇ ਕਰਪਟ ਨੇ, ਜਿੰਨੇ ਵੱਡੇ ਅਹੁਦੇ ਆ ਉਹਨੇ ਜ਼ਿਆਦਾ ਇਹ ਕਰਪਟ ਨੇ। ਖੈਰ ਕਰਪਸ਼ਨ ਦੀ ਕਹਾਣੀ ਜਿਹੜੀ ਹੈ ਨਦਰ ਲੈਵਲ ਹੈ ਇੰਡੀਆ 'ਚ, ਤੁਹਾਨੂੰ ਪਤਾ ਹੀ ਹੈ, ਸਾਰਾ ਕੁਝ ਚੱਲਦਾ ਹੈ। ਤਾਂ ਇਹਦੇ 'ਚ ਹੋਮ ਮਿਨਿਸਟਰੀ ਜਿਹੜੀ ਆ ਉਹ ਸਭ ਤੋਂ ਪਹਿਲੇ ਨੰਬਰ ਤੇ ਆ, ਜੇ ਗੱਲ ਕਰੀਏ ਆਪਾਂ ਅੰਕੜਿਆਂ ਦੇ ਲਿਹਾਜ਼ ਨਾਲ। ਜੀ, ਹਰਿਆਣਾ ਕਮੇਟੀ ਦਾ ਝਗੜਾ ਅਕਾਲ ਤਖਤ ਸਾਹਿਬ ਤੇ ਪੁੱਜਿਆ ਜੀ। ਇਹ ਉਹੀ ਝਗੜਾ ਤਾਂ ਨਹੀਂ ਕਿਤੇ ਜਿਹੜੀ ਵੀਡੀਓ ਪਿਛਲੇ ਦਿਨੀ ਵਾਇਰਲ ਹੋਈ ਸੀ? ਨਹੀਂ, ਇਸ ਤੋਂ ਪਹਿਲਾਂ ਦਾਦੂਵਾਲ ਦੀ ਇੱਕ ਆਡੀਓ ਵੀ ਤੁਸੀਂ ਸੁਣੀ ਹੋਣੀ ਸ਼ਾਇਦ। ਸੁਣੀ ਜੇ ਕਿ ਨਹੀਂ? ਜੀ ਜੀ ਸੁਣੀ ਹੈ। ਆਨੰਦ ਆਇਆ ਕਿ ਪੂਰਾ ਸੁਣ ਕੇ ਕਸਰ ਰਹਿ ਗਈ ਹੋਵੇ ਤੇ ਕਦੀ ਹੋਰ ਆ ਜਾਣੀ ਹੈ। ਜੀ ਜੀ। ਗੱਲ ਇਹ ਆ ਕਿ ਇਹ ਤੁਸੀਂ ਦੇਖਿਆ ਨਾ ਕਿ ਇਹ ਸਿੱਖ ਕੌਮ ਦੇ ਲੀਡਰ ਨੇ ਜਿਨ੍ਹਾਂ ਨੇ ਹਰਿਆਣੇ ਦੇ ਸਿੱਖਾਂ ਨੂੰ ਅਲੱਗਾ ਕਮੇਟੀ ਲੈ ਕੇ ਦਿੱਤੀ, ਤੇ ਆ ਕਮੇਟੀ ਚਲਾਉਣ ਹਾਲੇ ਤੱਕ ਇਹਨਾਂ ਦਾ ਪੱਕਾ ਢਾਂਚਾ ਨਹੀਂ ਬਣਿਆ। ਤੇ ਉਸ ਤੋਂ ਪਹਿਲਾਂ ਦੇਖ ਲਓ, ਆ ਦੂਜੀ ਤੀਜੀ ਵਾਰੀ ਆ ਇੱਕ ਆਡੀਓ ਹੋਰ ਮੈਂ ਤੁਹਾਨੂੰ ਇਸੇ ਕਰਕੇ ਕਿਹਾ ਕਿ ਉਹ ਤੁਸੀਂ ਸੁਣੀ ਹੋਣੀ ਆ, ਜਿਹੜੀ ਮੈਂ ਤੁਹਾਨੂੰ ਦੱਸੂਗਾ ਇਹ ਤੁਸੀਂ ਪੱਕਾ ਸ਼ਰਤੀਆ ਨਹੀਂ ਸੁਣੀ ਹੋਣੀ, ਜਿਹੜੀ ਜਗਦੀਸ਼ ਸਿੰਘ ਝੀਂਡਾ ਨਾਲ ਵਾਇਰਲ ਹੋਈ ਸੀਗੀ ਦਾਦੂਵਾਲ। ਜੀ ਜੀ। ਜਿਸ ਤਰ੍ਹਾਂ ਇਹ ਬੋਲਦੇ ਨੇ, ਇੱਕ ਦੂਜੇ ਨਾਲ ਗੱਲਾਂ ਕਰਦੇ ਆ, ਜੋ ਗੰਦ ਬਕਦੇ ਨੇ ਨਾ, ਉਹ ਸਭ ਮਤਲਬ ਕਿ ਕਿੰਨੀ ਕੁ ਦੇਰ ਕੱਜ ਕੇ ਰੱਖੋਗੇ ਇਹਨੂੰ? ਜੋ ਤੁਹਾਡੇ ਅੰਦਰ ਹੈ ਨਾ ਉਹ ਕਿਤੇ ਨਾ ਕਿਤੇ ਪ੍ਰਗਟ ਹੋ ਜਾਣਾ ਹੈ, ਉਹ ਕਿਤੇ ਨਾ ਕਿਤੇ ਸਾਹਮਣੇ ਆ ਜਾਣਾ। ਸੋ ਇਹਨਾਂ ਨੇ ਜੋ ਕੁਝ ਖਿਲਾਰਿਆ ਉਹਦੇ ਨਾਲ ਹੁਣ ਖਿਲਾਰਾ ਜਿਹੜਾ ਇਹਨਾਂ ਦਾ ਤੁਰਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਗਿਆ, ਦੋਵੇਂ ਧਿਰਾਂ ਹੀ ਪਹੁੰਚ ਗਈਆਂ ਨੇ। ਤੇ ਉਧਰੋਂ ਜਿਹੜੇ ਹਰਿਆਣੇ ਦੇ ਸਿੱਖ ਆ ਉਹ ਕਹਿੰਦੇ ਆ ਕਿ ਇਹ ਦਫਾ ਕਰੋ, ਸਾਡੀ ਚੋਣ ਕਰਵਾਓ, ਅਸੀਂ ਆਪੇ ਬੰਦੇ ਚੁਣੀਏ। ਤੇ ਕੀ ਅਡਾਹਕ ਕਮੇਟੀ ਬਣਾ ਦਿੱਤੀ, ਕਦੇ ਆਹ ਕਮੇਟੀ ਬਣਾ ਦਿੱਤੀ, ਕਦੇ ਉਹ ਪ੍ਰਧਾਨ ਹੈ, ਕਦੇ ਉਹ ਪ੍ਰਧਾਨ ਆ। ਕੀ ਤਮਾਸ਼ਾ ਕਰਦੇ ਪਏ। ਇਸ ਕਰਕੇ ਇਹ
ਜਿਹੜੇ ਉੱਥੋਂ ਦੇ ਸਿੱਖ ਆ ਉਹ ਡਿਮਾਂਡ ਕਰਦੇ ਆ ਕਿ ਭਾਈ ਸਾਡੀ ਪੱਕੀ ਜਿਹੜੀ ਕਮੇਟੀ ਆ ਉਹਦੀ ਚੋਣ ਕਰਵਾ ਦਿਓ। ਤੇ ਇੱਧਰ ਹੁਣ ਦੋਨੇ ਧਿਰਾਂ ਜਿਹੜੀਆਂ ਉਹ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਪਰ ਪਹੁੰਚੀਆਂ ਨੇ। ਪਰ ਜਲੂਸ ਤੁਸੀਂ ਦੇਖਿਆ ਨਾ ਕਿ ਕਿਸ ਤਰ੍ਹਾਂ ਨਿਕਲ ਰਿਹਾ, ਇਸ ਤਰ੍ਹਾਂ ਨਿਕਲ ਰਿਹਾ। ਤਾਂ ਇਹ ਜਿਹੜੇ ਪੰਥਕ ਲੀਡਰ ਆ ਇਹਨਾਂ ਨੂੰ ਖੁਦ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ। ਇਹ ਹੁਣ ਤੁਸੀਂ ਪੁੱਛ ਲਿਓ, ਉਹ ਕਹਿਣਗੇ ਉਹਦਾ ਦੋਸ਼ ਆ, ਉਹ ਕਹੂਗਾ ਉਹਦਾ ਦੋਸ਼ ਆ। ਪਰ ਇਹ ਸਭਨਾਂ ਨੂੰ ਪਤਾ ਕਿ ਘੱਟ ਕੋਈ ਨਹੀਂ ਕਰਦਾ। ਅੱਗੇ ਵੀ ਇਹਨਾਂ ਦਾ ਹਰਿਆਣੇ ਵਾਲਿਆਂ ਦਾ ਆਈਓ ਆ, ਇੱਕ ਦਿਨ ਇਹ ਕਿਸੇ ਦੇ ਨਾਲ ਖਲੋਤੇ ਹੁੰਦੇ, ਦੂਜੇ ਦਿਨ ਕਿਸੇ ਦੇ ਨਾਲ ਹੋ ਜਾਂਦੇ ਨੇ ਆ ਜਿਹੜੇ ਉੱਥੋਂ ਦੇ ਪੰਥਕ ਲੀਡਰ ਆ। ਖੈਰ ਬਹੁਤ ਸ਼ਰਮਨਾਕ ਸੀ। ਤੇ ਹੁਣ ਇਹ ਸਾਰੀ ਲੜਾਈ ਜਿਹੜੀ ਹੈ ਉਹ ਪਹੁੰਚੀ ਅਕਾਲ ਤਖਤ ਸਾਹਿਬ ਤੇ। ਦੇਖੋ ਹੁਣ ਅਕਾਲ ਤਖਤ ਸਾਹਿਬ ਤੋਂ ਕੀ ਕੋਈ ਆਦੇਸ਼ ਜਾਰੀ ਹੁੰਦਾ ਹੈ ਜਾਂ ਕਿਸੇ ਨੂੰ ਤਲਬ ਵਗੈਰਾ ਕੀਤਾ ਜਾਂਦਾ, ਦੇਖਣਾ ਇੰਟਰਸਟਿੰਗ ਹੋਏਗਾ। ਜੀ ਜੀ ਮੇਰੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ, ਜਿਨ੍ਹਾਂ ਦੇ ਵਿੱਚ ਸਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਹੋਣੀ ਸੀ, ਪਰ ਭੇਤ ਭਰੇ ਢੰਗ ਦੇ ਨਾਲ ਉਹ ਨਿਲਾਮੀ ਰੁਕ ਗਈ ਅਤੇ ਉਸ ਤੋਂ ਬਾਅਦ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕੇ ਨੇ। ਮਾਲਵੇ ਦੇ ਵਿੱਚ ਨਰਮੇ ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ। ਇਹਦੇ ਨਾਲ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਨੇ ਬਲਕੌਰ ਸਿੰਘ, ਉਹਨਾਂ ਨੇ SIT ਬਾਬਤ ਇੱਕ ਬਿਆਨ ਦਿੱਤਾ, ਉਹਦੇ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਵਾਧਿਆਂ ਕੁਝ ਹੋਰ ਖਾਸ ਖਬਰਾਂ ਦੇ ਵੱਲ ਰੁਖ ਕਰਾਂਗੇ। ਮਾਨਸਾ ਦਾ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਤਲ ਕੇਸ ਦੀ ਜਾਂਚ ਦੇ ਲਈ ਬਣਾਈ ਗਈ ਐਸਆਈਟੀ ਤੋਂ ਫਿਲਹਾਲ ਕੋਈ ਵੀ ਉਮੀਦ ਨਜ਼ਰ ਨਹੀਂ ਆ ਰਹੀ। ਉਹਨਾਂ ਕਿਹਾ ਕਿ 447 ਦਿਨਾਂ ਦੇ ਵਿੱਚ ਮੂਸੇਵਾਲਾ ਕਤਲ ਕੇਸ ਦੀ ਜਾਂਚ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਯੂਪੀ ਦੇ ਵਿੱਚ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਟ੍ਰੇਨਿੰਗ ਦੇਣ ਦੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਹੁਣ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇਸ ਕਤਲ ਦੇ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਜਾਂਚ ਹੋਣ ਦੀ ਉਮੀਦ ਖਤਮ ਹੋ ਚੁੱਕੀ ਹੈ। ਉਹ ਪਿੰਡ ਮੂਸਾ ਦੇ ਵਿੱਚ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਯੂਪੀ ਗੈਂਗਸਟਰਾਂ ਨੂੰ ਸਿਖਲਾਈ ਦੇਣ ਦੇ ਵਿੱਚ ਇੱਕ ਐਮਪੀ ਦਾ ਨਾਮ ਆ ਰਿਹਾ ਅਤੇ ਭਾਜਪਾ ਵਾਲੇ ਦੱਸਣ ਕਿ ਯੂਪੀ ਦੇ ਵਿੱਚ ਕਿਹੜਾ ਰਾਮ ਰਾਜ ਹੈ। ਉਹਨਾਂ ਕਿਹਾ ਕਿ ਗੈਂਗਸਟਰਾਂ ਨੂੰ ਸਰਕਾਰਾਂ ਦੀ ਸ਼ਹਿ ਮਿਲੀ ਹੋਈ ਹੈ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਮਰਵਾਉਣ ਦੇ ਲਈ ਯੂਪੀ ਦੇ ਵਿੱਚ ਸਭ ਕੁਝ ਹੋਇਆ। ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਬਾਰੇ ਉਹਨਾਂ ਨੇ ਕਿਹਾ ਕਿ ਇਸ ਗੱਲ ਨੂੰ ਲੀਕ ਕਰਨ ਵਾਲੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਦੇ ਖਿਲਾਫ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ ਅਤੇ ਜਿਹੜੇ ਵਿਅਕਤੀਆਂ ਦਾ ਨਾਂ ਉਹਨਾਂ ਨੇ ਮੁੱਖ ਮੰਤਰੀ ਦੇ ਕੋਲ ਰੱਖਿਆ ਉਹਨਾਂ ਪ੍ਰਤੀ ਵੀ ਕੋਈ ਜਾਂਚ ਨਹੀਂ ਕੀਤੀ ਗਈ। ਮਾਲਵਾ ਪੱਟੀ ਦੇ ਵਿੱਚ ਬੀਟੀ ਕਾਟਨ ਤੇ ਹਰੇ ਤੇਲੇ ਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਾਅਦ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ। ਕਿਸਾਨ ਆਪਣੀ ਫਸਲ ਦੇ ਬਚਾਅ ਦੇ ਲਈ ਧੜਾ ਧੜ ਸਪਰੇਆਂ ਕਰਨ ਲੱਗੇ ਹੋਏ ਨੇ, ਪਰ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਪਰੇਆਂ ਕਰਨ ਤੋਂ ਵਰਜਿਆ। ਖੇਤੀ ਮਾਹਰਾਂ ਨੇ ਇਸ ਹਮਲੇ ਨੂੰ ਮਾਮੂਲੀ ਮੰਨਿਆ। ਖੇਤੀਬਾੜੀ ਵਿਭਾਗ ਨੇ ਇਸ ਦਾ ਨੋਟਿਸ ਲੈਂਦਿਆਂ ਨਰਮਾ ਪੱਟੀ ਦੇ ਜ਼ਿਲ੍ਹਿਆਂ ਦੇ ਵਿੱਚ ਅਧਿਕਾਰੀਆਂ ਦੀ ਤੈਨਾਤੀ ਕਰ ਦਿੱਤੀ ਹੈ। ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਵਿੱਚ 4 ਸੀਨੀਅਰ ਅਧਿਕਾਰੀ ਤੈਨਾਤ ਕੀਤੇ ਗਏ ਨੇ। ਨਰਮਾ ਪੱਟੀ ਦੇ ਇਹਨਾਂ 4 ਜ਼ਿਲ੍ਹਿਆਂ ਦੇ ਵਿੱਚ ਤੈਨਾਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਕਈ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਨੇ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 4 ਸੀਨੀਅਰ ਅਧਿਕਾਰੀਆਂ ਨੂੰ 31 ਅਗਸਤ ਤੱਕ ਕਪਾਹ ਪੱਟੀ ਦੇ ਵਿੱਚ ਰਹਿਣ ਦੇ ਹੁਕਮ ਦਿੱਤੇ ਨੇ, ਕਿਉਂਕਿ ਅਗਲੇ 15 ਦਿਨ ਕਪਾਹ ਦੀ ਫਸਲ ਦੇ ਲਈ ਬੜੇ ਅਹਿਮ ਨੇ। ਇਹ ਅਧਿਕਾਰੀ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਦੇ ਲਈ ਖੇਤਾਂ ਦਾ ਦੌਰਾ ਕਰਨਗੇ ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਦੇ ਲਈ ਕਿਸਾਨਾਂ ਨੂੰ ਸਲਾਹ ਦੇਣ ਦੇ ਨਾਲ-ਨਾਲ ਫੀਲਡ ਦੇ ਵਿੱਚ ਤੈਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੰਮਕਾਜ ਦੀ ਨਿਗਰਾਨੀ ਵੀ ਕਰਨਗੇ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਖੇਤਾਂ ਦਾ ਦੌਰਾ ਕਰਨ ਅਤੇ ਹੈੱਡਕੁਆਟਰ ਨੂੰ ਸਥਿਤੀ ਦੀ ਰਿਪੋਰਟ ਭੇਜਣ ਦੇ ਨਿਰਦੇਸ਼ ਵੀ ਦਿੱਤੇ ਨੇ। ਉਹਨਾਂ ਕਿਹਾ ਕਿ ਡਿਊਟੀ ਦੇ ਵਿੱਚ ਲਾਪਰਵਾਹੀ ਜਾਂ ਢਿੱਲ-ਮੱਠ ਕਰਨ ਵਾਲੇ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਕੀਟਨਾਸ਼ਕਾਂ ਦੀਆਂ ਦੁਕਾਨਾਂ ਅਤੇ ਨਿਰਮਾਣ ਯੂਨਿਟਾਂ ਦਾ ਦੌਰਾ ਕਰਨ। ਇਸ ਦੇ ਨਾਲ ਹੀ ਗੁਣਵੱਤਾ ਦੇ ਲਈ ਨਿਯਮਿਤ ਰੋਜ਼ਾਨਾ ਸੈਂਪਲ ਲੈਣ ਤੋਂ ਇਲਾਵਾ ਕਿਸਾਨਾਂ ਨੂੰ ਵੇਚੇ ਜਾ ਰਹੇ ਕੀਟਨਾਸ਼ਕਾਂ ਦੀ ਕੀਮਤ ਦੀ ਨਿਗਰਾਨੀ ਕਰਨ ਦੇ ਲਈ ਵੀ ਆਖਿਆ। ਗੱਲ ਕਰਦੇ ਹਾਂ ਬਿਜਲੀ ਦੇ ਬਿੱਲਾਂ ਦੀ। ਪੰਜਾਬ ਦੇ ਵਿੱਚ ਬਿਜਲੀ ਚੋਰਾਂ ਨੂੰ ਕੋਈ ਖੌਫ ਨਹੀਂ ਰਿਹਾ। ਜ਼ੀਰੋ ਬਿੱਲਾਂ ਦੇ ਬਾਵਜੂਦ ਬਿਜਲੀ ਦੀ ਚੋਰੀ ਹਾਲੇ ਵੀ ਨਹੀਂ ਰੁਕ ਰਹੀ। ਸੂਬੇ ਦੇ ਵਿੱਚ ਸੱਤਾ ਤਬਦੀਲੀ ਤਾਂ ਹੋਈ ਹੈ, ਪਰ ਬਿਜਲੀ ਚੋਰੀ ਕਰਨ ਵਾਲਿਆਂ ਦੇ ਸੁਭਾਅ ਨਹੀਂ ਬਦਲੇ। ਪੰਜਾਬ ਦੇ ਵਿੱਚ ਬਿਜਲੀ ਚੋਰੀ ਪਹਿਲਾਂ ਦੇ ਮੁਕਾਬਲੇ ਹੁਣ ਕਿਤੇ ਵੱਧ ਗਈ ਹੈ। ਪਾਵਰਕਾਮ ਦੇ ਮਾਹਰਾਂ ਦੇ ਮੁਤਾਬਕ ਸੂਬੇ ਦੇ ਵਿੱਚ ਬਿਜਲੀ ਚੋਰੀ ਹੁਣ ਸਾਲਾਨਾ 1500 ਕਰੋੜ ਨੂੰ ਛੂਹ ਗਈ ਹੈ, ਜੋ ਕਿ 6 ਵਰ੍ਹੇ ਪਹਿਲਾਂ 1200 ਕਰੋੜ ਸਾਲਾਨਾ ਸੀ। ਪਾਵਰਕਾਮ ਵਪਾਰਕ ਘਾਟਿਆਂ ਦੇ ਲਿਹਾਜ਼ ਦੇ ਨਾਲ ਬਿਜਲੀ ਚੋਰੀ ਦਾ ਅੰਦਾਜ਼ਾ ਲਾਉਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 12 ਮਈ 2022 ਨੂੰ ਕੁੰਡੀ ਹਟਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਬਿਜਲੀ ਚੋਰਾਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ। ਜਦੋਂ ਪਾਵਰਕਾਮ ਨੇ ਮੁੱਢਲੇ ਪੜਾਅ ਤੇ ਸ਼ਨਾਖਤ ਕੀਤੀ ਤਾਂ ਕਰੀਬ 3 ਦਰਜਨ ਪੁਲਿਸ ਥਾਣਿਆਂ ਦੇ ਵਿੱਚ ਕੁੰਡੀ ਫੜੀ ਗਈ। ਇਸ ਤੋਂ ਬਾਅਦ ਇਹ ਮੁਹਿੰਮ ਮੱਠੀ ਪੈ ਗਈ ਸੀ। ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਚੋਰੀ ਹਾਲੇ ਵੀ ਜਾਰੀ ਹੈ। 5 ਵਰ੍ਹੇ ਪਹਿਲਾਂ 2018-19 ਦੇ ਮੁਕਾਬਲੇ ਹੁਣ ਵਪਾਰਕ ਘਾਟੇ 2022-23 ਦੇਖੀਏ ਤਾਂ ਉਸ ਤੋਂ ਬਿਜਲੀ ਚੋਰੀ ਦੇ ਵਿੱਚ ਵਾਧੇ ਦੀ ਪੁਸ਼ਟੀ ਹੁੰਦੀ ਹੈ। 5 ਵਰ੍ਹੇ ਪਹਿਲਾਂ ਭਿੱਖੀਵਿੰਡ ਸਰਕਲ ਦੇ ਵਿੱਚ ਬਿਜਲੀ ਚੋਰੀ 72% ਸੀ, ਜੋ ਕਿ ਹੁਣ ਵੱਧ ਕੇ 73.16% ਹੋ ਚੁੱਕੀ ਹੈ। ਪੱਟੀ ਹਲਕੇ ਦੇ ਵਿੱਚ 5 ਸਾਲ ਪਹਿਲਾਂ ਵਪਾਰਕ ਘਾਟੇ 63% ਸਨ, ਹੁਣ ਵੱਧ ਕੇ 63% ਤੋਂ ਵੱਧ ਕੇ ਤਕਰੀਬਨ 64% ਹੋ ਚੁੱਕੇ ਨੇ। ਅੰਮ੍ਰਿਤਸਰ ਪੱਛਮੀ ਦੇ ਵਿੱਚ 5 ਸਾਲ ਪਹਿਲਾਂ 50% ਘਾਟੇ ਸਨ, ਜੋ ਕਿ ਹੁਣ ਵੱਧ ਕੇ 57% ਹੋ ਚੁੱਕੇ ਨੇ। ਜ਼ੀਰਾ ਹਲਕੇ ਦੇ ਵਿੱਚ 47% ਵੰਡ ਘਾਟੇ ਵੱਧ ਕੇ 54% ਹੋ ਚੁੱਕੇ ਨੇ। ਬਾਦਲ ਡਿਵੀਜ਼ਨ ਦੇ ਵਿੱਚ ਵੰਡ ਘਾਟੇ, ਜੋ ਕਿ 5 ਸਾਲ ਪਹਿਲਾਂ 27% ਸਨ, ਹੁਣ ਉਹ ਵੱਧ ਕੇ 36% ਹੋ ਚੁੱਕੇ ਨੇ। ਗਿੱਦੜਬਾਹਾ ਡਿਵੀਜ਼ਨ ਦੇ ਵਿੱਚ ਹੁਣ ਬਿਜਲੀ ਘਾਟਾ 30% ਹੈ, ਜੋ ਕਿ 5 ਸਾਲ ਪਹਿਲਾਂ ਸਿਰਫ 21% ਸੀ। ਇਹੋ ਹਾਲ ਬਾਕੀ ਦਰਜਨ ਹਲਕਿਆਂ ਦਾ। ਪਾਵਰਕਾਮ ਦੇ ਅਧਿਕਾਰੀ ਆਖਦੇ ਨੇ ਕਿ ਸਥਾਨਕ ਸਿਆਸਤਦਾਨਾਂ ਤੋਂ ਇਲਾਵਾ ਕੁਝ ਕਿਸਾਨ ਆਗੂ ਬਿਜਲੀ ਚੋਰਾਂ ਦੇ ਖਿਲਾਫ ਮੁਹਿੰਮ ਦੇ ਵਿੱਚ ਅੜਿੱਕਾ ਬਣ ਜਾਂਦੇ ਨੇ। ਦੂਜੇ ਪਾਸੇ ਪਾਵਰਕਾਮ ਦੀ ਵਿੱਤੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈ ਤੇ ਇਸ ਵੇਲੇ ਪਾਵਰਕਾਮ 17,500 ਕਰੋੜ ਰੁਪਏ ਦੇ ਕਰਜ਼ੇ ਹੇਠ ਹੈ।
ਜ਼ੀਰੋ ਬਿੱਲਾਂ ਮਗਰੋਂ ਪਾਵਰਕਾਮ ਨੂੰ ਆਸ ਬੱਝੀ ਸੀਗੀ ਕਿ ਬਿਜਲੀ ਚੋਰੀ ਦੇ ਵਿੱਚ ਕਟੌਤੀ ਹੋ ਜਾਣੀ ਹੈ, ਪਰ ਵਪਾਰਕ ਘਾਟੇ ਨਹੀਂ ਘਟੇ। ਸੂਤਰ ਦੱਸਦੇ ਨੇ ਕਿ ਬਿਜਲੀ ਚੋਰੀ ਦੇ ਨਾਲ ਸਬਸਿਡੀ ਦਾ ਬੋਝ ਸਰਕਾਰ ਤੇ ਵਧ ਰਿਹਾ ਹੈ, ਪਰ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਅਤੇ ਵਜ਼ੀਰ ਵੀ ਬਿਜਲੀ ਚੋਰਾਂ ਦੇ ਖਿਲਾਫ ਕਦਮ ਚੁੱਕੇ ਜਾਣ ਤੇ ਅੜਿੱਕਾ ਬਣ ਜਾਂਦੇ ਆ। ਪਾਵਰਕਾਮ ਇਸੇ ਕਰਕੇ ਬੇਵੱਸ ਹੈ ਕਿ ਪੁਲਿਸ ਅਧਿਕਾਰੀ ਵੀ ਇਸ ਮੁਹਿੰਮ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ। ਸਿਆਸਤਦਾਨਾਂ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਜਲੀ ਚੋਰੀ ਤੇ ਲਾ ਦਿੱਤਾ ਹੈ। ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਅਕਾਲੀ ਲੀਡਰ ਸਟੇਜਾਂ ਤੋਂ ਐਲਾਨ ਕਰਦੇ ਸਨ ਕਿ ਜਿਵੇਂ ਮਰਜ਼ੀ ਸਿੱਧੀਆਂ ਕੁੰਡੀਆਂ ਲਾਇਓ, ਕੋਈ ਨਹੀਂ ਫੜੇਗਾ। ਕਾਂਗਰਸ ਸਰਕਾਰ ਵੀ ਇਹਨਾਂ ਕਦਮਾਂ ਤੇ ਚੱਲਦੀ ਰਹੀ ਕਿ ਜੇਕਰ ਬਿਜਲੀ ਚੋਰੀ ਰੋਕੀ ਤਾਂ ਉਹਨਾਂ ਦੀਆਂ ਵੋਟਾਂ ਟੁੱਟ ਜਾਣਗੀਆਂ। ਪਾਵਰਕਾਮ ਨੇ ਕੁਝ ਕਦਮ ਉਠਾ ਕੇ ਵਿੱਤੀ ਪੋਜੀਸ਼ਨ ਤਾਂ ਸੁਧਾਰੀ ਹੈ, ਜਿਵੇਂ ਕਿ ਦੂਜੇ ਸੂਬਿਆਂ ਦੇ ਨਾਲ ਪਾਵਰ ਬੈਂਕਿੰਗ ਦੇ ਵਿੱਚ 50% ਵਾਧੇ ਨੇ ਬਿਜਲੀ ਦੀ ਕੀਮਤ ਘਟਾਈ ਹੈ। 1 ਜੂਨ ਤੋਂ ਦਰਾਂ ਦੇ ਵਿੱਚ ਵਾਧੇ ਦੇ ਨਾਲ ਢਾਰਸ ਮਿਲੀ ਹੈ। ਪਛਵਾੜਾ ਕੋਲਾ ਖਾਣ ਦੇ ਨਾਲ ਕੋਲਾ ਸਸਤਾ ਪੈਣ ਲੱਗਿਆ ਤੇ ਵਿਦੇਸ਼ੀ ਕੋਲੇ ਤੋਂ ਖਹਿੜਾ ਛੁੱਟਿਆ। ਸਬਸਿਡੀ ਦੀ ਰਕਮ ਵੀ ਸਮੇਂ ਸਿਰ ਪਾਵਰਕਾਮ ਨੂੰ ਹੁਣ ਮਿਲਣ ਲੱਗੀ ਹੈ, ਪਰ ਬਿਜਲੀ ਦੀ ਚੋਰੀ ਹਾਲੇ ਵੀ ਨਹੀਂ ਰੁਕੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਿਜਲੀ ਵੀ ਪੰਜਾਬ ਦੀ ਹੈ ਤੇ ਪਾਵਰਕਾਮ ਵੀ ਪੰਜਾਬ ਦਾ ਹੈ। ਤੇ ਜੇਕਰ ਪਾਵਰਕਾਮ ਘਾਟੇ ਦੇ ਵਿੱਚ ਹੈ ਤੇ ਇਹਦਾ ਘਾਟਾ ਪੰਜਾਬ ਨੂੰ ਹੀ ਪੈਣਾ ਹੈ। ਪਰ ਅਸੀਂ ਕੁਝ ਲੋਕਾਂ ਦੀ ਮਾੜੀ ਆਦਤ ਕਰਕੇ, ਬਿਜਲੀ ਚੋਰੀ ਦੀ ਆਦਤ ਕਰਕੇ ਹੁਣ ਇਹ ਮਸਲੇ ਵੋਟ ਬੈਂਕਾਂ ਦੇ ਵਿੱਚ ਤਬਦੀਲ ਹੋ ਚੁੱਕੇ ਨੇ। ਲੰਘੀਆਂ ਸਰਕਾਰਾਂ ਦਾ ਜਿਵੇਂ ਜ਼ਿਕਰ ਕੀਤਾ ਹੈ ਕਿ ਨਾ ਅਕਾਲੀ ਹਟਾਉਂਦੇ ਸਨ, ਉਹ ਤਾਂ ਧੜੱਲੇ ਦੇ ਨਾਲ ਕਹਿੰਦੇ ਸਨ। ਪਰ ਕਾਂਗਰਸ ਨੇ ਵੀ ਇਹਨੂੰ ਨੱਥ ਪਾਉਣ ਦੀ ਕੋਈ ਕੋਸ਼ਿਸ਼ ਜਿਹੜੀ ਆ ਉਹ ਨਹੀਂ ਕੀਤੀ। ਤੇ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਪੰਜਾਬ ਨੂੰ ਚਲਾ ਰਹੀ ਹੈ, ਉਹ ਸਰਕਾਰ ਵੀ ਬੇਸ਼ੱਕ ਬਿਜਲੀ ਮੁਫ਼ਤ ਤਾਂ ਦੇ ਰਹੀ ਹੈ, ਪਰ ਇਸ ਚੋਰੀ ਨੂੰ ਰੋਕਣ ਦੇ ਵਿੱਚ ਬੇਵੱਸ ਜਾਪਦੀ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਸੂਬੇ ਦੇ ਵਿੱਚ ਥਾਣੇ ਕੁੰਡੀਆਂ ਤੇ ਚੱਲਦੇ ਹੋਣ, ਉਹ ਪੁਲਿਸ ਆਪ ਕਿਵੇਂ ਕੁੰਡੀਆਂ ਫੜ ਲੂਗੀ, ਜਿਹੜੀ ਆਪ ਕੁੰਡੀਆਂ ਲਾ ਕੇ ਬੈਠੀ ਹੈ। ਸੋ ਇਸ ਬਾਬਤ ਇੱਕ ਪਟਿਆਲੇ ਦਾ ਕਿੱਸਾ ਬੜਾ ਮਸ਼ਹੂਰ ਹੈ। ਪਟਿਆਲੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਨਾਕੇ ਤੇ ਇੱਕ ਜੇਈ ਦਾ ਚਲਾਨ ਕਰਤਾ ਸੀ, ਲਾਈਨਮੈਨ ਜਾਂ ਜੇਈ ਦਾ। ਉਸ ਤੋਂ ਬਾਅਦ ਦੋਨੇ ਮਹਿਕਮੇ ਆਮੋ ਸਾਹਮਣੇ ਹੋ ਗਏ। ਇਹਨਾਂ ਨੇ ਪਾਵਰਕਾਮ ਵਾਲਿਆਂ ਨੇ ਜਾਂ ਬਿਜਲੀ ਮਹਿਕਮੇ ਵਾਲਿਆਂ ਨੇ ਚੱਕੀਆਂ ਆਪਣੇ ਪਲਾਸ ਤੇ ਥਾਣੇ ਵਾਲਿਆਂ ਦੀਆਂ ਕੁੰਡੀਆਂ ਹੀ ਲਾਤੀਆਂ। ਉਸ ਤੋਂ ਬਾਅਦ ਕਾਫੀ ਟਸਲ ਵੱਧ ਗਈ ਸੀ, ਫਿਰ ਬਾਅਦ ਦੇ ਵਿੱਚ ਮਾਮਲਾ ਸ਼ਾਂਤ ਕਰਾਉਣਾ ਪਿਆ। ਸੋ ਇਹ ਹਾਲਾਤ ਸਾਡੇ ਪੰਜਾਬ ਦੇ ਨੇ ਕਿ ਜਿੱਥੇ ਜਿਹੜੀਆਂ ਚੀਜ਼ਾਂ ਮਾੜੀਆਂ ਨੇ, ਜਿਹੜੀਆਂ ਚੀਜ਼ਾਂ ਦੇ ਵਿੱਚ ਅਸੀਂ ਸਮਾਜਿਕ ਮਸਲਿਆਂ ਤੋਂ ਜਾਂ ਸਮਾਜਿਕ ਜਿਹੜੀਆਂ ਅਲਾਮਤਾਂ ਤੋਂ ਅਸੀਂ ਬਚਣਾ ਸੀ, ਉਹਨਾਂ ਅਲਾਮਤਾਂ ਦੇ ਵਿੱਚ ਸਾਡੇ ਲੀਡਰ ਬਚਾਉਣ ਦੀ ਥਾਂ ਤੇ ਲੋਕਾਂ ਨੂੰ ਹੋਰ ਪੱਕਾ ਕਰਨ ਦੇ ਵਿੱਚ ਹਿੱਸੇਦਾਰੀ ਪਾਉਂਦੇ ਆ। ਇਹੀ ਗੱਲ ਕਹੀ ਹੁੰਦੀ ਕਿ ਬਈ ਨੈਤਿਕਤਾ ਦੇ ਆਧਾਰ ਤੇ ਤੁਸੀਂ ਬਿਜਲੀ ਚੋਰੀ ਨਾ ਕਰੋ, ਜੇ ਮੁਫ਼ਤ ਮਿਲ ਰਹੀ ਹੈ ਤਾਂ ਨਾ ਕਰੋ। ਜੇਕਰ 600 ਯੂਨਿਟ ਦਾ ਡਰ ਆ ਤਾਂ ਪਿਛਲੇ ਦਿਨੀ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਇਸੇ ਮੰਚ ਤੇ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ, ਜਿਹਦੇ ਵਿੱਚ ਇੱਕ ਪਰਿਵਾਰ ਨੇ ਹੁਣ 2-2 ਮੀਟਰ ਲਗਵਾ ਲਏ ਆ। ਸੋ ਜਿਹੜਾ ਵੋਟ ਬੈਂਕ ਹੈ, ਇਹ ਕਈ ਵਾਰੀ ਸਮਾਜ ਸੁਧਾਰ ਦੇ ਵਿੱਚ ਬਹੁਤ ਵੱਡਾ ਖਤਰਾ ਬਣਦਾ ਹੈ। ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ, ਪਰ ਸਰਕਾਰਾਂ ਤੇ ਸਿਆਸਤਦਾਨ ਲੋਕਾਂ ਵਾਂਗੂ ਬਿਹੇਵ ਨਹੀਂ ਕਰਦੇ ਹੁੰਦੇ। ਸਿਆਸਤਦਾਨ ਤੇ ਸਰਕਾਰਾਂ ਪਾਲਿਸੀ ਮੇਕਰਸ ਹੁੰਦੇ ਨੇ ਜਾਂ ਰਹੇ ਹੁੰਦੇ ਨੇ ਜਾਂ ਉਹਨਾਂ ਨੇ ਬਣਨਾ ਹੁੰਦਾ ਹੈ। ਉਹ ਲੋਕਾਂ ਵਾਂਗੂ ਟਰੀਟ ਨਹੀਂ ਕਰਦੇ। ਲੋਕਾਂ ਦਾ ਸੁਭਾਅ ਕੁਛ ਹੋਰ ਹੁੰਦਾ ਹੈ। ਲੋਕ ਜੰਗਜੂ ਹੁੰਦੇ ਨੇ, ਸੰਘਰਸ਼ਕਾਰੀ ਹੁੰਦੇ ਨੇ, ਪਰ ਲੋਕ ਪਾਲਿਸੀ ਮੇਕਰ ਥੋੜ੍ਹਾ ਹੁੰਦੇ ਆ। ਇਹ ਕੰਮ ਪਾਲਿਸੀ ਮੇਕਰਸ ਨੇ ਲੋਕਾਂ ਤੋਂ ਹਟਵਾਉਣਾ ਹੁੰਦਾ। ਪਰ ਇੱਥੇ ਤਾਂ ਆਮ ਕਿਸਾਨਾਂ ਨੂੰ, ਮਾਤੜ ਕਿਸਾਨਾਂ ਨੂੰ ਮਿਲਦੀ ਬਿਜਲੀ ਸਬਸਿਡੀ ਵੀ ਉਹ ਲੋਕ ਲਈ ਜਾਂਦੇ ਜਿਨ੍ਹਾਂ ਦੀ ਮਹੀਨੇ ਦੀ ਕਮਾਈ 4-4 5-5 ਲੱਖ ਰੁਪਈਆ ਜਾਂ 6 ਲੱਖ ਤੋਂ ਵੀ ਵੱਧ ਹੈ। ਇਹਨਾਂ ਦੇ ਵਿੱਚ ਕਈ ਸਿਆਸਤਦਾਨ ਵੀ ਹੈ ਤੇ ਕਈ ਬਿਊਰੋਕਰੇਟਸ ਵੀ ਹੈ, ਕਈ ਅਫਸਰ ਵੀ ਨੇ ਜਿਨ੍ਹਾਂ ਦੀਆਂ ਤਨਖਾਹਾਂ, ਜਿਨ੍ਹਾਂ ਦੇ ਭੱਤੇ ਉਹਨਾਂ ਨੂੰ ਵਾਧੂ ਮਿਲਦੇ ਨੇ। ਉੱਪਰੋਂ ਵੀ ਚੰਗੀ ਸ਼ਕਾ-ਸ਼ਕਾਈ ਹੋ ਜਾਂਦੀ ਹੈ, ਪਰ ਬਿਜਲੀ ਸਬਸਿਡੀ ਉਹ ਵੀ ਨਹੀਂ ਛੱਡਦੇ। ਸੋ ਇਸ ਤਰ੍ਹਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਕੋਈ ਵੀ ਚੀਜ਼ ਜਿਹੜੀ ਮੁਫ਼ਤ ਮਿਲਦੀ ਹੈ, ਲੋੜਵੰਦਾਂ ਨੇ ਤਾਂ ਲੈਣੀ ਲੈਣੀ, ਪਰ ਜਿਹੜੇ ਲੋੜਵੰਦ ਨਹੀਂ ਉਹ ਵੀ ਉਸ ਚੀਜ਼ ਦਾ ਲਾਹਾ ਲੈ ਰਹੇ ਨੇ ਤੇ ਦੂਜਿਆਂ ਦੀ ਹੱਕਮਾਰੀ ਇੱਕ ਤਰੀਕੇ ਦੇ ਨਾਲ ਕਰ ਰਹੇ ਨੇ। ਗੱਲ ਕਰਦੇ ਹਾਂ ਸੰਨੀ ਦਿਓਲ ਦੀ। ਕਾਂਗਰਸ ਨੇ ਬੈਂਕ ਆਫ ਬੜੌਦਾ ਵੱਲੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਦੇ ਬੰਗਲੇ ਦੀ ਨੀਲਾਮੀ ਦੇ ਲਈ ਨੋਟਿਸ ਨੂੰ ਕਥਿਤ ਤੌਰ ਤੇ ਵਾਪਸ ਲੈਣ ਤੇ ਸਵਾਲ ਖੜੇ ਕੀਤੇ ਨੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੁੱਛਿਆ ਕਿ ਬੈਂਕ ਨੂੰ ਤਕਨੀਕੀ ਕਾਰਨਾਂ ਦਾ ਹਵਾਲਾ ਦੇਣ ਦੇ ਲਈ ਕਿਸ ਨੇ ਪ੍ਰੇਰਿਆ। ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਐਕਸ, ਜਿਹਨੂੰ ਕਿ ਟਵਿੱਟਰ ਨੂੰ ਹੁਣ ਅਸੀਂ ਐਕਸ ਕਹਿ ਦਿੰਦੇ ਹਾਂ, ਟਵੀਟ ਕੀਤਾ ਹੈ ਕਿ ਕੱਲ ਦੁਪਹਿਰ ਦੇਸ਼ ਨੂੰ ਪਤਾ ਲੱਗਿਆ ਕਿ ਬੈਂਕ ਆਫ ਬੜੌਦਾ ਨੇ ਭਾਜਪਾ ਸੰਸਦ ਮੈਂਬਰ ਸਨੀ ਦਿਓਲ ਦੇ ਜੂਹੂ ਸਥਿਤ ਘਰ ਨੂੰ ਨੀਲਾਮੀ ਦੇ ਲਈ ਰੱਖਿਆ ਕਿਉਂਕਿ ਉਹਨਾਂ ਨੇ ਬੈਂਕ ਨੂੰ 56 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ। ਸਵੇਰੇ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਦੇਸ਼ ਨੂੰ ਇਹ ਪਤਾ ਲੱਗਿਆ ਕਿ ਬੈਂਕ ਆਫ ਬੜੌਦਾ ਨੇ ਤਕਨੀਕੀ ਕਾਰਨਾਂ ਕਰਕੇ ਨਿਲਾਮੀ ਨੋਟਿਸ ਵਾਪਸ ਲੈ ਲਿਆ। ਆਖਰ ਇੰਨੀ ਛੇਤੀ ਸਭ ਕੀ ਹੋ ਗਿਆ ਕਿ ਤਕਨੀਕੀ ਕਾਰਨ ਪੈ ਗਏ? ਕੋਈ ਉੱਪਰੋਂ ਫੋਨ ਖੜਕ ਗਿਆ ਹੋਣਾ। ਰਮੇਸ਼ ਜੀ, ਜੈਰਾਮ ਰਮੇਸ਼ ਜੀ, ਤੁਹਾਨੂੰ ਤਾਂ ਇਹਨਾਂ ਚੀਜ਼ਾਂ ਦਾ ਜ਼ਿਆਦਾ ਪਤਾ, ਪਰ ਤੁਸੀਂ ਇਹ ਚੀਜ਼ਾਂ ਸਿੱਧੇ ਤੌਰ ਤੇ ਕਹਿਣ ਦੀ ਬਜਾਏ ਅਸਿੱਧੇ ਤੌਰ ਤੇ ਕਹਿ ਰਹੇ ਹੋ। ਤੁਹਾਡੇ ਦੇ ਵਿੱਚ ਹੁਣ ਉਹ ਬੈਕਬੋਨ ਨਹੀਂ ਰਹੀ ਕਿ ਤੁਸੀਂ ਧੜੱਲੇ ਦੇ ਨਾਲ ਕਹੋ ਕਿ ਇਹ ਕਿਉਂ ਵਾਪਸ ਹੋਇਆ। ਆਰਟੀਆਈ ਨਾਲ ਮੰਗ ਕਰ ਲਓ।
ਤੁਸੀਂ ਠੀਕ ਆ ਆਪਣਾ ਇੱਕ ਵਿਰੋਧੀ ਹੋਣ ਦਾ ਫਰਜ਼ ਪੂਰਾ ਕਰਤਾ ਕਿ ਜੀ ਇਹ ਕਿਉਂ ਹੋ ਰਿਹਾ, ਜੇ ਤੁਸੀਂ ਨਾ ਬੋਲਦੇ ਤਾਂ ਖਬਰਾਂ ਜ਼ਰੀਏ ਲੋਕਾਂ ਨੂੰ ਪਤਾ ਲੱਗਣਾ ਸੀ। ਪਰ ਅਸਲ ਦੇ ਵਿੱਚ ਤੁਹਾਡਾ ਮਤਲਬ ਸਿਰਫ ਟਵੀਟ ਤੱਕ ਨਹੀਂ ਬਣਦਾ। ਇਹ ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਮਸਲਿਆਂ ਦੀ ਲੜਾਈ, ਲੋਕਾਂ ਦੇ ਹਿੱਤਾਂ ਦੀ ਲੜਾਈ ਅੱਜ-ਕੱਲ੍ਹ ਟਵਿੱਟਰ ਤੇ ਲੜੀ ਜਾ ਰਹੀ ਹੈ ਔਰ ਜ਼ਮੀਨ ਤੇ ਕੋਈ ਸੰਘਰਸ਼ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਜੈਰਾਮ ਰਮੇਸ਼ ਕਰ ਰਹੇ ਨੇ। ਉਹਨਾਂ ਨੂੰ ਚਾਹੀਦਾ ਸੀਗਾ ਕਿ ਆਰਟੀਆਈ ਦੇ ਨਾਲ ਜਾਂ ਬੈਂਕ ਦੇ ਜਾਂ ਪ੍ਰੈਸ ਕਾਨਫਰੰਸ ਕਰਦੇ ਤੇ ਪ੍ਰੈਸ ਕਾਨਫਰੰਸ ਕਰਕੇ ਬੈਂਕ ਆਫ ਬੜੌਦਾ ਨੂੰ ਘੇਰਦੇ ਕਿ ਤੁਹਾਡਾ ਜਿਹੜਾ ਨੋਟਿਸ ਜਾਰੀ ਹੋਇਆ ਸੀ ਉਹਦੇ 'ਚ ਤਕਨੀਕੀ ਕਾਰਨ ਕਿਹੜੇ ਆ ਕਿ ਤੁਸੀਂ ਦੱਸੋਗੇ। ਸੋ ਇਸ ਬਾਬਤ ਜਵਾਬ ਦੇ ਬਣਾਇਆ ਜਾਂਦਾ, ਪਰ ਇਹ ਸਭ ਕੁਛ ਉੱਪਰੋਂ ਜਦੋਂ ਫੋਨ ਘੁੰਮਦੇ ਆ ਤਾਂ ਉਦੋਂ ਹੋ ਜਾਂਦਾ। ਮਾਤੜ ਨੇ ਕਿਸੇ ਨੇ 55,000 ਵੀ ਦੇਣਾ ਹੋਵੇ ਤਾਂ ਉਹਨੂੰ ਪੁਲਿਸ ਵਾਲੇ ਧੂਕੇ ਲੈ ਪੁਲਿਸ ਵਾਲੇ ਤੇ ਬੈਂਕ ਵਾਲੇ ਧੂਕੇ ਲੈ ਜਾਂਦੇ ਆ। ਪਰ ਇਹਨੇ 56 ਕਰੋੜ ਰੁਪਈਆ ਦੇਣਾ ਸਨੀ ਦਿਓਲ ਨੇ, ਜਿਹੜਾ ਕਿ ਗੁਰਦਾਸਪੁਰ ਤੋਂ ਚੁਣਿਆ ਹੋਇਆ ਇੱਕ ਨੁਮਾਇੰਦਾ ਹੈ ਭਾਜਪਾ ਦਾ, ਤੇ ਇੱਕ ਦਿਨ ਵੀ ਜਾ ਕੇ ਉੱਥੇ ਇਹਨੇ ਗੁਰਦਾਸਪੁਰ ਦੀ ਗੱਲ ਨਹੀਂ ਕੀਤੀ। ਇੱਕ ਦਿਨ ਵੀ ਜਾ ਕੇ ਗੁਰਦਾਸਪੁਰ ਬਾਬਤ ਸਵਾਲ ਨਹੀਂ ਲਾਇਆ ਤੇ ਇੱਕ ਦਿਨ ਵੀ ਉੱਥੇ ਪੈਰ ਨਹੀਂ ਪਾਇਆ। ਇੱਥੋਂ ਤੱਕ ਕਿ ਇਹ ਇਨਸਾਨ ਫਿਲਮ ਦੀ ਪ੍ਰਮੋਸ਼ਨ ਵੇਲੇ ਵੀ ਗੁਰਦਾਸਪੁਰ ਦੇ ਵਿੱਚ ਨਹੀਂ ਵੜਿਆ। ਸੋ ਹੁਣ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਨੂੰ ਨੁਮਾਇੰਦੇ ਕਿਹੋ ਚਾਹੀਦੇ ਨੇ। ਰੁੱਖ ਕਰਦੇ ਹਾਂ ਮੋਹਾਲੀ ਦਾ। ਮੋਹਾਲੀ ਜ਼ਿਲ੍ਹੇ ਦੇ ਪਿੰਡ ਕੁੰਬੜਾ ਦਾ ਇੱਕ ਨੌਜਵਾਨ ਪ੍ਰਵੀਨ ਸਿੰਘ 3 ਮਹੀਨੇ ਤੋਂ ਜ਼ਿੰਦਗੀ ਦੀ ਲੜਾਈ ਲੜ ਰਿਹਾ। ਗਰੀਬ ਘਰ ਦਾ ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਪੀੜਤ ਨੌਜਵਾਨ ਨੂੰ ਇਨਸਾਫ ਦਿਵਾਉਣ ਦੇ ਲਈ ਅਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਹੇਠ ਪੰਜਾਬ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਮੋਹਾਲੀ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਪਿੰਡ ਵਾਸੀ ਰੋਸ ਮਾਰਚ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਦੇ ਬਾਹਰ ਪਹੁੰਚੇ ਅਤੇ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਦੇ ਵਿਰੁੱਧ ਸਿਆਪਾ ਕੀਤਾ। ਬਲਵਿੰਦਰ ਸਿੰਘ ਕੁੰਬੜਾ ਅਤੇ ਨੌਜਵਾਨ ਦੀ ਭੈਣ ਹਰਪ੍ਰੀਤ ਕੌਰ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਇੱਕ ਝਗੜੇ ਦੇ ਦੌਰਾਨ ਹਮਲਾਵਰਾਂ ਨੇ ਪ੍ਰਵੀਨ ਸਿੰਘ ਉਰਫ ਪ੍ਰਿੰਸ ਦੀ ਗੰਡਾਸੇ ਦੇ ਨਾਲ ਗਰਦਨ ਵੱਢ ਦਿੱਤੀ ਸੀ, ਜਿਸ ਕਰਕੇ ਉਸ ਨੂੰ 2 ਮਹੀਨੇ ਪੀਜੀਆਈ ਦੇ ਵਿੱਚ ਦਾਖਲ ਰਹਿਣਾ ਪਿਆ। ਬਾਅਦ ਦੇ ਵਿੱਚ ਪੀਜੀਆਈ ਦੇ ਡਾਕਟਰਾਂ ਨੇ ਉਸ ਨੂੰ ਮੋਹਾਲੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ। ਹੁਣ ਮੋਹਾਲੀ ਹਸਪਤਾਲ ਵਾਲੇ ਪੀੜਤ ਨੌਜਵਾਨ ਨੂੰ ਇੱਥੇ ਦਾਖਲ ਕਰਦੇ ਨੇ, ਨਾ ਹੀ ਕੋਈ ਹੋਰ ਹਸਪਤਾਲ ਵਾਲੇ ਬਾਂਹ ਫੜ ਰਹੇ ਨੇ। ਇਹੀ ਨਹੀਂ, ਪੁਲਿਸ ਵੀ ਅਸਲ ਦੋਸ਼ੀਆਂ ਨੂੰ ਨਹੀਂ ਫੜ ਰਹੀ। ਉਹਨਾਂ ਕਿਹਾ ਕਿ ਉਹ ਵਿਧਾਇਕ ਕੁਲਵੰਤ ਸਿੰਘ ਨੂੰ ਮਿਲ ਕੇ ਸਾਰੀ ਘਟਨਾ ਦੱਸ ਚੁੱਕੇ ਆ। ਮੌਕੇ ਤੇ ਐਸਐਮਓ ਨੂੰ ਫੋਨ ਵੀ ਕੀਤਾ ਸੀ। ਸੈਂਟਰਲ ਥਾਣਾ ਫੇਜ਼ 8 ਦੀ ਪੁਲਿਸ ਨੂੰ ਵੀ ਹਫ਼ਤੇ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਫੜਨ ਦੇ ਲਈ ਕਿਹਾ ਸੀ, ਪਰ 3 ਮਹੀਨੇ ਬੀਤ ਗਏ, ਇਹਦੇ ਬਾਵਜੂਦ ਪੁਲਿਸ ਅਸਲ ਦੋਸ਼ੀਆਂ ਨੂੰ ਨਹੀਂ ਫੜ ਸਕੀ। ਨੌਜਵਾਨ ਦੀ ਭੈਣ ਹਰਪ੍ਰੀਤ ਕੌਰ ਨੇ ਵੀ ਦੱਸਿਆ ਕਿ ਸੁਹਾਣਾ ਸਥਿਤ ਉਸ ਦੇ ਸਹੁਰੇ ਘਰ ਦੇ ਨੇੜੇ ਦੋਸ਼ੀਆਂ ਵੱਲੋਂ ਉਹਨਾਂ ਦੀ ਖੜੀ ਗੱਡੀ ਦੀ ਸ਼ਰੇਆਮ ਭੰਨਤੋੜ ਕੀਤੀ ਗਈ ਅਤੇ ਕੇਸ ਵਾਪਸ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੀੜਤਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਸਐਸਪੀ ਦਫ਼ਤਰ ਦਾ ਘਿਰਾਓ ਕਰਾਂਗੇ। ਤੇ ਸੋਹਾਣਾ ਥਾਣੇ ਦਾ ਐਸਐਚਓ ਉੱਥੇ ਪਹੁੰਚਿਆ ਸੀ ਜਿੱਥੇ ਇਹਨਾਂ ਨੇ ਪ੍ਰੋਟੈਸਟ ਕੀਤਾ ਸੀ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਬਣਦੀ ਕਾਰਵਾਈ ਕਰਾਂਗੇ, ਪਰ 3 ਮਹੀਨੇ ਬੀਤ ਗਏ, ਇਸ ਬਾਬਤ ਬਣਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਹਦੇ ਲਈ ਵੀ ਕਿਸੇ ਨਾ ਕਿਸੇ ਨੂੰ ਜਵਾਬਦੇਹ ਜ਼ਰੂਰ ਹੋਣਾ ਚਾਹੀਦਾ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।